ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੋਭ ਮਤ ਪਰਕਾਸ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਦੋਹਰਾ ਸਿੱਖ ਸੰਗਤ ਪਟ ਸ਼ਸਤਰ ਧਰ ਦਰਸ ਕਰਨ ਕੇ ਚਾਏ ਖਰੇ ਉਤੇ ਪਹੁੰਚੇ ਤਾਂ ਬਦਨ ਜੋਤ ਦਿਪਤਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਿਨ ਦੁਨੀਆ ਦੇ ਮਾਲਕ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਛ ਤਿਲਕ ਤੇ ਜੰਜੂ ਦੇ ਰਾਖੇ ਸਾਹਿਬ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਆਪ ਸੰਭੂ ਮਾਈ ਭਾਈ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਦਇਆ ਨਿਧ ਅੰਤਰਯਾਮੀ ਕਲਗੀਧਰ ਸੁਆਮੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹਕ ਹਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦਸਮੇਸ਼ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਇਤਿਹਾਸ ਦੀ ਕਥਾ
ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਸਵਾਮੀ ਜੀ ਨੇ ਚੋਜ ਵਰਤਾਇਆ ਹੈ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਚੰਡ ਸ਼ਕਤੀ ਨੂੰ ਆਪਣੇ ਸਨਮੁਖ ਪ੍ਰਤੱਖ ਕੀਤਾ ਹੈ ਔਰ ਕੇਸ਼ੋਦਾਸ ਵਰਗੇ ਪੰਡਤਾਂ ਦਾ ਪਾਜ, ਉਹਨਾਂ ਦਾ ਪਖੰਡ ਸਤਿਗੁਰੂ ਜੀ ਨੇ ਉਘੇੜਿਆ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਿਸ ਵਕਤ ਨੈਣੇ ਦੇ ਟਿੱਲੇ ਤੇ ਬੈਠੇ ਸਨ, ਉਦੋਂ ਇੱਥੇ ਮੰਦਿਰ ਨਹੀਂ ਸੀ ਨੈਣਾ ਦੇਵੀ ਦਾ। ਇਸ ਸਥਾਨ ਦੇ ਬਾਰੇ ਪਿੱਛੇ ਵੇਰਵਾ ਆ ਚੁੱਕਾ ਹੈ ਕਿ ਇੱਕ ਨੈਣੇ ਨਾਮ ਦੇ ਜ਼ਿਮੀਂਦਾਰ ਨੇ ਇਹ ਜਗ੍ਹਾ ਬਣਾਈ ਸੀ। ਕਲਗੀਧਰ ਜੀ ਨੇ ਤਾਂ ਕੇਵਲ ਇਕਾਂਤ ਵਾਲਾ ਸਥਾਨ ਵੇਖ ਕਰਕੇ ਇੱਥੇ ਆਪਣੇ ਚਰਨ ਪਾਏ ਸਨ। ਬਾਅਦ ਵਿੱਚ ਉੱਥੇ ਮੰਦਿਰ ਬਣਿਆ। ਤੋ ਸਾਹਿਬ ਸੁਆਮੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਾਪਸ ਆਏ ਨੇ, ਸੰਗਤਾਂ ਨੂੰ ਦਰਸ਼ਨ ਦਿੱਤੇ ਨੇ। ਸੰਗਤ ਵਿੱਚ ਵੱਡਾ ਭਾਰੀ ਉਤਸ਼ਾਹ ਹੈ। ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਗੁਰਸਿੱਖ ਕਰ ਰਹੇ ਨੇ। ਕਲਗੀਧਰ ਜੀ ਨੇ ਟੂਕ ਮਾਤਰ ਸ੍ਰੀ ਦਸਮ ਬਾਣੀ ਦੇ ਅੰਦਰ ਖਾਲਸੇ ਦੀ ਮਹਿਮਾ ਦੇ ਸੰਬੰਧ ਵਿੱਚ ਜੋ ਸ਼ਬਦ ਉਚਾਰਨ ਕੀਤੇ ਨੇ, ਉੱਥੇ ਇੱਕ ਪੰਡਤ ਦੇ ਰੁੱਸਣ ਦੀ ਗੱਲ ਮਹਾਰਾਜ ਜੀ ਨੇ ਲਿਖੀ ਹੈ। ਉਹ ਪੰਡਤ ਕੇਸ਼ੋਦਾਸ ਸੀ। ਉਹ ਕਿਵੇਂ ਰੁੱਸਿਆ, ਉਹਦਾ ਵਿਸਥਾਰ ਮਹਾਕਵੀ ਕਵਿਰਾਜ ਭਾਈ ਸੰਤੋਖ ਸਿੰਘ ਜੀ ਦਸਮ ਬਾਣੀ ਦੇ ਉਹਨਾਂ ਹੀ ਪਾਵਨ ਪਵਿੱਤਰ ਸ਼ਬਦਾਂ ਦਾ ਵਿਖਿਆਨ ਕਰਦਿਆਂ ਵਿਸਥਾਰ ਕਰਕੇ ਦੱਸ ਰਹੇ ਨੇ। ਆਓ ਮਨ ਔਰ ਬਿਰਤੀਆਂ ਇਕਾਗਰ ਕਰੀਏ। ਕਲਗੀਧਰ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੱਖ ਸੰਗਤ ਪਟ ਸ਼ਸਤਰ ਧਰ, ਦਰਸ ਕਰਨ ਕੇ ਚਾਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦੇ ਦਰਸ਼ਨ ਪਰਸਣ ਲਈ ਸ੍ਰੀ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਬੜਾ ਵੱਡਾ ਭਾਰੀ ਚਾਉ ਹੈ। ਸਤਿਗੁਰੂ ਜੀ ਦੇ ਸ਼ਸਤਰ ਧਾਰੀ ਸੂਰਮੇ ਯੋਧੇ ਸਭ ਮਹਾਰਾਜ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਗੁਰਦੇਵ ਨੇ ਵੱਡੀ ਭਾਰੀ ਤਪ ਦੀ ਸਾਧਨਾ ਕੀਤੀ ਹੈ। ਸਿੱਖਾਂ ਨੂੰ, ਸੰਗਤ ਨੂੰ ਮਹਾਰਾਜ ਜੀ ਨੇ ਬਹੁਤਾ ਲੰਮੇ ਸਮੇਂ ਤੱਕ ਖੁੱਲੇ ਦਰਸ਼ਨ ਨਹੀਂ ਸਨ ਦਿੱਤੇ। ਇਸ ਕਰਕੇ ਸਾਰਿਆਂ ਦੇ ਦਿਲਾਂ ਵਿੱਚ, ਸਾਰਿਆਂ ਦੇ ਹਿਰਦਿਆਂ ਵਿੱਚ ਮਹਾਰਾਜ ਜੀ ਦੇ ਸੂਰਮਿਆਂ ਅੰਦਰ, ਸੰਗਤ ਅੰਦਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨਾਂ ਦਾ ਚਾਉ ਹੈ। ਖਰੇ ਹੋਤੇ ਪਹੁੰਚੇ ਤਾਂ ਬਦਨ ਜੋਤ ਦਿਪਤਾਏ। ਕਲਗੀਧਰ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਮਹਾਰਾਜ ਜਦੋਂ ਆਏ ਹਨ, ਰਸਤੇ 'ਚ ਜਿੰਨੇ ਸਤਿਗੁਰਾਂ ਦੇ ਸੂਰਮੇ ਨੇ ਸ਼ਸਤਰ ਧਾਰੀ, ਮਹਾਰਾਜ ਜੀ ਦੇ ਜਿਤਨੇ ਤਿਆਰ ਬਰ ਤਿਆਰ ਸੂਰਮੇ ਨੇ, ਸਾਰੇ ਰਸਤੇ 'ਚ ਖਲੋ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਬੜੇ ਚਾਅ ਨਾਲ ਖੜੇ ਨੇ ਤੇ ਦਰਸ਼ਨ ਕਰ ਰਹੇ ਹਨ। ਚੌਪਈ ਤਾਏ ਤਾਏ ਹੋਏ ਕਰ ਅਗਵਾਏ। ਦੌੜ ਦੌੜ ਕੇ, ਭੱਜ ਭੱਜ ਕੇ ਆਉਂਦੇ ਆ ਅੱਗੇ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ। ਜਦੋਂ ਸਤਿਗੁਰੂ ਜੀ ਆਏ ਨੇ ਨਾ ਸ੍ਰੀ ਅਨੰਦਪੁਰ ਸਾਹਿਬ ਨੂੰ, ਹੱਥ ਵਿੱਚ ਮਹਾਰਾਜ ਜੀ ਦੇ ਸ਼ਮਸ਼ੀਰ ਹੈ, ਭਗਉਤੀ ਹੈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਵਕਤ ਆਏ ਨੇ ਤੇ ਜਿੰਨੇ ਵੀ ਸਿੱਖ ਨੇ, ਜਿੰਨੇ ਵੀ ਸੂਰਮੇ ਨੇ, ਯੋਧੇ ਨੇ, ਭੱਜ ਭੱਜ ਕੇ ਇੱਕ ਦੂਜੇ ਤੋਂ ਅੱਗੇ ਵੱਧ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਨਮੋ ਕਰਨ ਕੋ ਨਾਰੇ ਉਤਲਾਏ। ਜਿਤਨੇ ਵੀ ਮਾਈ ਭਾਈ ਨੇ ਸਾਰੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਨ ਲਈ ਉਤਾਵਲੇ ਹੋ ਕੇ ਵੱਧ ਰਹੇ ਹਨ। ਦੀਪਤ ਤੇਜ ਕੇ ਚਰਨਨ ਪਰੈ। ਮਹਾਰਾਜ ਜੀ ਦਾ ਬੜਾ ਭਾਰੀ ਤੇਜ ਹੈ। ਸਤਿਗੁਰੂ ਜੀ ਦੇ ਸਰੂਪ ਤੇ ਇਤਨਾ ਜਲਾਲ ਹੈ ਗੁਰੂ ਖਾਲਸਾ ਜੀ ਕਿ ਨੇਤਰ ਚੱਕ ਕੇ ਮਹਾਰਾਜ ਜੀ ਦੇ ਉਸ ਪਾਵਨ ਜਲਾਲ ਨੂੰ, ਸਤਿਗੁਰੂ ਜੀ ਦੇ ਉਸ ਪਵਿੱਤਰ ਪ੍ਰਤਾਪ ਨੂੰ ਵੇਖਿਆ ਨਹੀਂ ਜਾਂਦਾ ਨਿਗਾਹ ਭਰ ਕੇ।
ਜੇ ਕੋਈ ਨਿਗਾਹ ਉੱਤੇ ਕਰਕੇ ਵੇਖਣ ਦਾ ਯਤਨ ਵੀ ਕਰਦਾ ਹੈ ਤਾਂ ਉਹਦੀ ਨਿਗਾਹ ਫਿਰ ਝੁਕ ਕੇ ਸਤਿਗੁਰਾਂ ਦੇ ਚਰਨਾਂ ਵੱਲ ਆ ਜਾਂਦੀ ਹੈ। ਐਸੇ ਮਹਾਨ ਤੇਜਸਵੀ ਸਤਿਗੁਰਾਂ ਦੇ ਪਵਿੱਤਰ ਚਰਨਾਂ ਨੂੰ ਹਰ ਇੱਕ ਮਾਈ ਭਾਈ, ਹਰ ਇੱਕ ਗੁਰਸਿੱਖ ਪਰਸਣਾ ਚਾਹੁੰਦਾ, ਆਪਣੇ ਹੱਥਾਂ ਨਾਲ ਸਪਰਸ਼ ਕਰਨਾ ਚਾਹੁੰਦਾ ਹੈ। ਦਰਸੇ ਅਪੂਰਬ ਗੁਰ ਕੇ ਕਰੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੱਜ ਨਵੀਨ ਦਰਸ਼ਨ ਨੇ, ਕਿਉਂਕਿ ਸਿੱਖ ਵਾਸਤੇ ਤਾਂ ਆਪਣੇ ਗੁਰੂ ਦੇ ਦਰਸ਼ਨ ਨੇਤੀ ਨਵੇਂ ਹੁੰਦੇ ਨੇ। ਖਾਲਸਾ ਜੀ, ਭਾਵੇਂ ਅਸੀਂ ਰੋਜ਼ ਆਈਏ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਗੁਰੂ ਹਜ਼ੂਰੀ ਵਿੱਚ, ਕਦੇ ਐਸਾ ਤਾਂ ਨਹੀਂ ਲੱਗਦਾ ਕਿ ਸਤਿਗੁਰੂ ਜੀ ਉਹੀ ਕੱਲ ਵਾਲੇ ਪੁਰਾਣੇ ਹੀ ਹਨ। ਨਿਤ ਨਵੀਨ ਦਰਸ਼ਨ ਮਾਰਾ। ਅਪੂਰਬ ਦਾ ਮਤਲਬ ਹੁੰਦਾ ਨਵੀਨ। ਕਲਗੀਧਰ ਜੀ ਦਾ ਵੀ ਅੱਜ ਨਵੀਨ ਦਰਸ਼ਨ ਗੁਰਸਿੱਖਾਂ ਨੂੰ ਪ੍ਰਤੀਤ ਹੋ ਰਿਹਾ ਹੈ। ਗੁਰਦੇਵ ਦਾ ਇੱਕ ਨਵਾਂ ਸਵਰੂਪ ਸੰਗਤ ਨੂੰ ਨਜ਼ਰ ਆ ਰਿਹਾ ਹੈ। ਉਗਰ ਤੋਰ ਗੁਰ ਕੋ ਤਬ ਦੇਖਾ। ਉਗਰ ਦਾ ਮਤਲਬ ਹੁੰਦਾ ਬੜਾ ਤੇਜਸਵੀ ਮਹਾਰਾਜ ਜੀ ਦਾ ਤੋਰ ਹੈ। ਸਤਿਗੁਰੂ ਜੀ ਦਾ ਚਿਹਰਾ ਬੜੇ ਤੇਜ ਦੇ ਨਾਲ, ਕਿਉਂਕਿ ਸਤਿਗੁਰੂ ਜੀ ਹੈ ਨਹੀਂ ਤਪ ਦੀ ਮੂਰਤ, ਪੂਰਬਲਾ ਜਨਮ ਸਾਰਾ ਤਪ ਦੇ ਵਿੱਚ ਹੀ ਗੁਰਦੇਵ ਨੇ ਬਤੀਤ ਕੀਤਾ ਯੁੱਗਾਂ ਤਾਈਂ। ਹੁਣ ਵੀ ਵੱਡੀ ਭਾਰੀ ਤਪੱਸਿਆ ਮਹਾਰਾਜ ਜੀ ਨੇ ਕੀਤੀ ਹੈ। ਇਹ ਬੇਨਤੀ ਪਿੱਛੇ ਵੀ ਦਾਸ ਕਰਦਾ ਰਿਹਾ, ਗੁਰਦੇਵ ਨੂੰ ਤਪ ਦੀ ਜ਼ਰੂਰਤ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਾਧਨਾ ਦੀ ਜ਼ਰੂਰਤ ਨਹੀਂ। ਗੁਰਦੇਵ ਇਹ ਪੂਰਨੇ ਸਾਡੇ ਵਾਸਤੇ ਪਾ ਰਹੇ ਨੇ ਕਿ ਭਾਈ ਜੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਆਪਣੇ ਅੰਦਰ ਸਾਖਸ਼ਾਤਕਾਰ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਸਾਧਨਾ ਤਾਂ ਕਰਨੀ ਪਵੇਗੀ। ਸਾਧਨਾ ਕਰਨੀ ਪਵੇਗੀ, ਥੋੜਾ ਖਾਣਾ, ਥੋੜਾ ਸੌਣਾ, ਤੋ ਇਸ ਪ੍ਰਕਾਰ ਦੇ ਨਾਲ ਤਾਂ ਜਾ ਕੇ ਉਹ ਆਤਮਾ ਦਾ ਸਰੂਪ ਸਾਖਸ਼ਾਤਕਾਰ ਹੁੰਦਾ ਹੈ। ਤੋ ਸਤਿਗੁਰੂ ਜੀ ਤਾਂ ਆਪ ਹੀ ਸਵੈਗ ਪਾਰ ਬ੍ਰਹਮ ਪਰਮੇਸ਼ਵਰ ਨੇ। ਗੁਰਦੇਵ ਨੂੰ ਤਾਂ ਨਾ ਅੰਮ੍ਰਿਤ ਵੇਲੇ ਉੱਠਣ ਦੀ ਜ਼ਰੂਰਤ ਹੈ, ਨਾ ਸਤਿਗੁਰੂ ਜੀ ਸਵੇਰੇ ਉੱਠ ਕੇ ਨਿਤਨੇਮ ਕਰਦੇ ਆ, ਮਹਾਰਾਜ ਜੀ ਸਾਧਨਾ 'ਚ ਬੈਠਦੇ। ਸਤਿਗੁਰਾਂ ਨੂੰ ਇਹ ਸਾਰੇ ਕਰਮਾਂ ਦੀ ਜ਼ਰੂਰਤ ਨਹੀਂ ਹੈ। ਉਹ ਸਾਡੇ ਲਈ ਹੁਕਮ ਕਰਦੇ ਨੇ ਕਿ ਭਾਈ ਜੇ ਅਸੀਂ ਕਰ ਰਹੇ ਹਾਂ ਤੇ ਤੁਹਾਡੇ ਸਿੱਖਾਂ ਵਾਸਤੇ ਵੀ ਕਰਨ ਲਈ ਵਿਹਿਤ ਨੇ, ਜ਼ਰੂਰੀ ਨੇ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਆਪਣੀਆਂ ਵਾਰਾਂ ਦੇ ਵਿੱਚ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕੋਲੋਂ ਜਿਹੜੀ ਬਖਸ਼ਿਸ਼ ਸੀ ਉਹ ਧੁਰ ਦਰਗਾਹ ਤੋਂ ਹੀ ਲੈ ਕੇ ਆਏ ਗੁਰੂ ਨਾਨਕ ਸਾਹਿਬ, ਆਪ ਸਵੈੰ ਪਰਮੇਸ਼ਵਰ ਨੇ। ਪਰ ਫਿਰ ਵੀ ਗੁਰਦੇਵ ਨੇ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣਾਈ। ਭਾਰੀ ਤਪੱਸਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ। ਉਹ ਤਪ ਦੀ ਮੂਰਤ ਬਣ ਕੇ ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੱਖਾਂ ਲਈ ਪੂਰਨੇ ਪਾਏ ਹਨ। ਤੋ ਕਲਗੀਧਰ ਜੀ ਦਾ ਸਰੂਪ ਬੜਾ ਤੇਜਸਵੀ ਹੈ, ਬੜਾ ਜਲਾਲ ਮਹਾਰਾਜ ਜੀ ਦੇ ਚਿਹਰੇ ਦੇ ਉੱਤੇ ਨਜ਼ਰ ਆ ਰਿਹਾ ਹੈ। ਹਰ ਇੱਕ ਸਿੱਖ ਮਹਾਰਾਜ ਜੀ ਦੇ ਚਰਨਾਂ ਨੂੰ ਪਰਸਣਾ ਚਾਹੁੰਦਾ ਹੈ। ਰਹੇ ਤੂਸ਼ਨੀ ਠਾਨੇ ਅਸ਼ੇਖਾ। ਜਿੰਨੇ ਵੀ ਸਿੱਖ ਨੇ ਕੋਈ ਬੋਲਦਾ ਨਹੀਂ, ਬਿਲਕੁਲ ਚੁੱਪ ਨੇ ਔਰ ਚੁੱਪਚਾਪ ਹੀ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਨ। ਖਾਲਸਾ ਜੀ, ਚੁੱਪ ਰਹਿ ਕੇ ਜਦੋਂ ਸਤਿਗੁਰਾਂ ਦੇ ਦਰਸ਼ਨ ਪਰਸਦੇ ਆ ਗੁਰੂ ਕੀ ਹਜ਼ੂਰੀ ਵਿੱਚ, ਆਪ ਨਾ ਬੋਲਦਿਆਂ ਹੋਇਆਂ ਉਹ ਬੋਲ ਸੁਣਨੇ ਜੋ ਗੁਰਦੇਵ ਬੋਲ ਰਹੇ ਨੇ, ਉਹਦੇ ਵਿੱਚ ਬੜਾ ਸਵਾਦ ਹੈ, ਬੜਾ ਰਸ ਹੈ। ਨਾਲੇ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਕੋਈ ਬਾਤ ਹੋਰ ਕਰਨੀ ਨਹੀਂ ਚਾਹੀਦੀ ਆਪਣੀ ਦੁਨਿਆਵੀ। ਹਾਂ, ਬਹੁਤ ਕੋਈ ਅਤੀ ਅਵਸ਼ਕ ਹੋਵੇ, ਜ਼ਰੂਰੀ ਹੋਵੇ ਤਾਂ ਉਹ ਵੀ ਸੰਗਤ ਵਿੱਚ ਉੱਠ ਕੇ ਬਾਹਰ ਜਾ ਕੇ ਕਰ ਸਕਦੇ ਹਾਂ। ਪਰ ਜਦੋਂ ਕਥਾ ਹੋ ਰਹੀ ਹੋਵੇ, ਕੀਰਤਨ ਹੋ ਰਿਹਾ ਹੋਵੇ, ਉਸ ਵਕਤ ਕੋਈ ਦੁਨਿਆਵੀ ਬਾਤ ਨਹੀਂ ਕਰਨੀ ਚਾਹੀਦੀ ਆਪਸ ਵਿੱਚ। ਕੇਵਲ ਗੁਰ ਕੀਰਤਨ, ਗੁਰੂ ਕਥਾ ਦੇ ਵਿੱਚ ਹੀ ਜਾਂ ਗੁਰਬਾਣੀ ਦਾ ਜੋ ਜਾਪ ਹੋ ਰਿਹਾ ਉਹਦੇ ਵਿੱਚ ਹੀ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇੱਥੇ ਜਿੰਨੇ ਵੀ ਸਿੱਖ ਨੇ ਮਹਾਰਾਜ ਜੀ ਦੇ ਭਾਰੀ ਤੇਜ ਜਲਾਲ ਨੂੰ ਵੇਖ ਕੇ ਚੁੱਪ ਨੇ ਔਰ ਮੌਨ ਰਹਿ ਕੇ, ਚੁੱਪ ਰਹਿ ਕੇ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ। ਅਦਬ ਸਾਥ ਸੁਖ ਚਿਤ ਹੋਏ ਦੂਰ। ਬੜੇ ਅਦਬ ਨਾਲ ਹਰ ਇੱਕ, ਕਿਉਂਕਿ ਜਿੰਨਾ ਅਦਬ ਰੱਖਾਂਗੇ ਸਤਿਗੁਰਾਂ ਦਾ, ਉਤਨਾ ਹੀ ਆਪਣੇ ਆਪ ਨੂੰ ਸੰਕੁਚਿਤ ਦਾ ਮਤਲਬ ਹੁੰਦਾ ਵੀ ਸਰੀਰ ਕਰਕੇ ਕਿ ਕਿਤੇ ਮੇਰੇ ਸਰੀਰ ਕੋਲੋਂ ਗੁਰੂ ਸਾਹਿਬ ਜੀ ਦੀ ਕੋਈ ਅਵੱਗਿਆ ਨਾ ਹੋ ਜਾਵੇ। ਬੜੇ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਕੋਲ ਨਮਸਕਾਰ ਕਰਕੇ ਥੋੜਾ ਜਿਹਾ ਦੂਰ ਹੋ ਕੇ ਖਲੋ ਜਾਂਦੇ ਨੇ। ਪਾਛੇ ਗਮਨੈ ਸੰਕਟ ਪੂਰ। ਸਤਿਗੁਰੂ ਜੀ ਅੱਗੇ ਅੱਗੇ ਜਾ ਰਹੇ ਨੇ ਤੇ ਜਿਹੜੇ ਰਸਤੇ 'ਚ ਦਰਸ਼ਨ ਕਰਦੇ ਨੇ ਨਮਸਕਾਰ ਕਰਕੇ ਉਹ ਮਹਾਰਾਜ ਜੀ ਦੇ ਪਿਛਲੇ ਪਾਸੇ ਹੋ ਜਾਂਦੇ ਨੇ।
ਗੁਰਦੇਵ ਅੱਗੇ ਜਾ ਰਹੇ ਨੇ, ਬਾਕੀ ਸਾਰੀ ਸੰਗਤ ਪਿੱਛੇ ਪਿੱਛੇ ਜਾ ਰਹੀ ਹੈ। ਇਹੀ ਮਰਿਆਦਾ ਹੋਣੀ ਚਾਹੀਦੀ। ਅੱਜ ਕੱਲ ਦੇ ਨਗਰ ਕੀਰਤਨਾਂ ਵਿੱਚ ਵੀ ਮਹਾਰਾਜ ਜੀ ਦੀ ਪਾਵਨ ਸਵਾਰੀ ਮੂਹਰੇ ਹੋਵੇ ਤੇ ਉਸ ਤੋਂ ਅੱਗੇ ਨਿਸ਼ਾਨਚੀ, ਨਗਾਰਚੀ ਤੇ ਪੰਜ ਪਿਆਰੇ ਸਹਿਬਾਨ, ਫਿਰ ਮਹਾਰਾਜ ਜੀ ਦੀ ਪਾਲਕੀ, ਫਿਰ ਸਾਰੀ ਸੰਗਤ ਪਿੱਛੇ ਹੋਣੀ ਚਾਹੀਦੀ ਹੈ। ਪਰ ਅੱਜ ਕੱਲ ਕਈ ਵਾਰ ਅਕਸਰ ਨਗਰ ਕੀਰਤਨਾਂ ਦੇ ਵਿੱਚ ਇਹ ਮਰਿਆਦਾ ਦਾ ਖੰਡਨ ਹੁੰਦਾ ਵੇਖਿਆ ਜਾਂਦਾ ਹੈ, ਜੋ ਨਹੀਂ ਹੋਣਾ ਚਾਹੀਦਾ। ਤੋ ਸਤਿਗੁਰੂ ਜੀ ਸਭ ਤੋਂ ਮੂਹਰੇ ਹਨ, ਬਾਕੀ ਜਿੰਨੀ ਵੀ ਸੰਗਤ ਹੈ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਚੱਲ ਰਹੀ ਹੈ। ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਚੱਲ ਰਹੇ ਹਨ। ਭਏ ਤੁਰੰਗਮ ਪਾਰੇ ਅਸਵਾਰ। ਗੁਰਦੇਵ ਜੀ ਪਹਿਲਾਂ ਪੈਦਲ ਚੱਲ ਕੇ ਆਏ ਨੇ, ਥੱਲੇ ਪਹਾੜ ਤੋਂ ਥੱਲੇ ਉਤਰੇ ਨੇ ਇਕਾਂਤ ਥਾਂ ਤੋਂ। ਗੁਰਦੇਵ ਦਾ ਘੋੜਾ ਸੇਵਾਦਾਰ ਲਿਆਏ, ਉਸ ਘੋੜੇ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਸਵਾਰ ਹੋਏ। ਨਰ ਕਰ ਦਰਸ਼ਨ ਹੋਵਤ ਲਾਰ। ਜਿਤਨੇ ਵੀ ਨਰ ਨੇ, ਜਿਤਨੇ ਵੀ ਸਿੱਖ ਨੇ, ਸਾਰਿਆਂ ਦੀਆਂ ਲੈਣਾ ਲੱਗੀਆਂ ਹੋਈਆਂ ਨੇ ਦਰਸ਼ਨ ਕਰਨ ਵਾਲਿਆਂ ਦੀਆਂ। ਸੰਧਿਆ ਸਮੇਂ ਹੋਤ ਲੋ ਆਏ। ਸੰਧਿਆ ਦਾ ਵੇਲਾ ਸੀ, ਸ਼ਾਮ ਪੈ ਚੁੱਕੀ ਸੀ। ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਨਗਰ ਦੇ ਵਿੱਚ ਆਏ ਹਨ। ਆਨੰਦਪੁਰ ਮੈਂ ਹੋਤ ਵਧਾਏ। ਸ੍ਰੀ ਅਨੰਦਪੁਰ ਸਾਹਿਬ ਵਿੱਚ ਸੰਗਤਾਂ 'ਚ ਵਧਾਈਆਂ ਵੱਜ ਰਹੀਆਂ ਨੇ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿੰਨੇ ਦਿਨਾਂ ਬਾਅਦ ਅੱਜ ਖੁੱਲੇ ਦਰਸ਼ਨ ਦਿਦਾਰੇ ਬਖਸ਼ੇ ਨੇ ਸੰਗਤ ਨੂੰ। ਮਹਾਰਾਜ ਜੀ ਨੇ ਆਪਣਾ ਮਨੋਰਥ ਸਿੱਧ ਕੀਤਾ ਜੋ ਕਲਗੀਧਰ ਜੀ ਕਰਨਾ ਚਾਹੁੰਦੇ ਸਨ। ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਨੂੰ ਸਾਖਸ਼ਾਤਕਾਰ ਕੀਤਾ ਆਪਣੇ ਸਨਮੁਖ। ਅਕਾਲ ਪੁਰਖ ਦੀ ਆਦਿ ਸ਼ਕਤੀ ਨੂੰ ਆਪਣੇ ਸਨਮੁਖ ਪ੍ਰਗਟ ਕੀਤਾ ਹੈ। ਇਸ ਕਰਕੇ ਗੁਰਸਿੱਖ ਵਧਾਈਆਂ ਦੇ ਰਹੇ ਹਨ। ਸ਼੍ਰੀ ਗੁਜਰੀ ਟਿਗ ਜਿਸ ਨਰ ਕਇਓ। ਇੱਕ ਸੇਵਾਦਾਰ ਭੱਜ ਕੇ ਮਾਤਾ ਗੁਜਰੀ ਜੀ ਦੇ ਪਾਸ ਗਿਆ। ਮਾਤਾ ਜੀ, ਕਲਗੀਧਰ ਸੁਆਮੀ ਜੀ ਆ ਰਹੇ ਹਨ, ਦਸਮੇਸ਼ ਪਾਤਸ਼ਾਹ ਜੀ ਆ ਰਹੇ ਨੇ ਸੰਗਤ ਨੂੰ ਦਰਸ਼ਨ ਦਿਦਾਰੇ ਦੇਂਦਿਆਂ। ਜਿਤ ਮੈਂ ਚਇਓ ਪਦਾਰਥ ਲਇਓ। ਮਾਤਾ ਜੀ ਬੜੇ ਪ੍ਰਸੰਨ ਹੋਏ। ਜਿਸ ਸੇਵਾਦਾਰ ਨੇ ਆ ਕੇ ਦੱਸਿਆ, ਮਾਤਾ ਜੀ ਨੇ ਖੁੱਲਾ ਉਹਦੇ ਮਨ ਭਾਉਂਦੇ ਪਦਾਰਥ ਉਹਨੂੰ ਬਖਸ਼ਿਓ, ਨੂੰ ਦਾਨ ਦਿੱਤਾ। ਤਿਮਈ ਦੋਨੋਂ ਮਹਿਲ ਆਨੰਦੇ। ਇਸੇ ਤਰ੍ਹਾਂ ਸਤਿਗੁਰੂ ਜੀ ਦੇ ਦੋਨੋਂ ਮਹਿਲ, ਸਤਿਕਾਰਯੋਗ ਮਾਤਾ ਜੀਤੋ ਜੀ, ਸਤਿਕਾਰਯੋਗ ਮਾਤਾ ਸੁੰਦਰੀ ਜੀ, ਇਹ ਦੋਵੇਂ ਮਹਿਲ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬੜੇ ਪ੍ਰਸੰਨ ਹੋਏ। ਮਾਤਾ ਸੁੰਦਰੀ ਜੀ ਖਾਲਸਾ ਜੀ ਕਲਗੀਧਰ ਦੇ ਜੋਤੀ ਜੋਤ ਸਮਾਵਣ ਤੋਂ ਬਾਅਦ ਵੀ ਤਕਰੀਬਨ 40 ਸਾਲ ਦੇ ਤੱਕ ਦਾ ਨੇੜੇ ਦਾ ਸਮਾਂ, 39-40 ਸਾਲ ਮਾਤਾ ਸੁੰਦਰੀ ਜੀ ਨੇ ਪੰਥ ਦੀ ਅਗਵਾਈ ਕੀਤੀ ਹੈ। ਕਲਗੀਧਰ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ 40 ਸਾਲ ਤੱਕ ਦਾ ਸਮਾਂ ਮਾਤਾ ਜੀ ਸੰਸਾਰ 'ਚ ਸਰੀਰ ਕਰਕੇ ਰਹੇ। ਜਦੋਂ ਅੱਜ ਸੁਣਿਆ ਆ ਗਏ ਨੇ ਕਲਗੀਧਰ ਸੁਆਮੀ, ਬੜੀ ਖੁਸ਼ੀ ਹੈ ਮਾਤਾ ਸੁੰਦਰੀ ਜੀ ਦੇ ਹਿਰਦੇ ਵਿੱਚ, ਮਾਤਾ ਜੀਤੋ ਜੀ ਦੇ ਹਿਰਦੇ ਅੰਦਰ। ਧਨ ਭੂਖਨ ਦੇ ਵਸਤਰ ਬਿਲੰਦੇ। ਦਾਨ ਕਰਦੇ ਨੇ, ਅਨੇਕਾਂ ਜਾਚਕ ਮੰਗਤੇ ਆ ਕੇ ਦਾਨ ਮੰਗਦੇ ਆ ਮਾਤਾ ਪਾਸੋਂ, ਤੇ ਮਾਤਾ ਜੀ ਤਿਨਾਂ ਨੂੰ ਦਾਨ ਦਿੰਦੇ ਹਨ। ਧਨ ਦਾ ਦਾਨ ਕਰਦੇ ਹਨ, ਵਸਤਰਾਂ ਦਾ ਦਾਨ ਕਰਦੇ ਹਨ। ਪੁੱਤਰ ਅਜੀਤ ਸਿੰਘ ਹੋਏ ਆਗੇ। ਕਲਗੀਧਰ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅੱਗੇ ਆਏ ਹਨ। ਵਿਛਰੇ ਚਿਰ ਕੇ ਪਿਤ ਪਗ ਲਾਗੇ। ਕਿਉਂਕਿ ਕਾਫੀ ਦਿਨਾਂ ਤੋਂ ਮਹਾਰਾਜ ਜੀ ਤੋਂ ਵਿਛੜੇ ਹੋਇਆ, ਜਾ ਕੇ ਕਲਗੀਧਰ ਜੀ ਦੇ ਦਰਸ਼ਨ ਕੀਤੇ। ਮਹਾਰਾਜ ਜੀ ਦੇ ਚਰਨਾਂ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਨਮਸਕਾਰ ਕੀਤੀ ਆ, ਮੱਥਾ ਟੇਕਿਆ ਹੈ। ਜਿਤ ਦੇਖੇ ਤਿਤ ਸਹਿਜ ਸੁਭਾਏ। ਕਲਗੀਧਰ ਜੀ ਜਿਸ ਪਾਸੇ ਵੀ ਆਪਣੀ ਨਿਗਾਹ ਕਰਕੇ ਤੱਕਦੇ ਨੇ, ਸਹਿਜ ਸੁਭਾਏ, ਸੁਤੇ ਸਿੱਧੀ ਵੇਖਦੇ ਨੇ। ਲੋਕ ਹਜ਼ਾਰੋਂ ਸੀਸ ਨਿਵਾਏ। ਜਿੱਧਰ ਵੀ ਵੇਖਦੇ ਨੇ, ਕੋਈ ਵੀ ਸਤਿਗੁਰਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਵੇਖ ਸਕਦਾ। ਜਿੱਧਰ ਵੇਖਦੇ ਨੇ ਮਹਾਰਾਜ ਜੀ ਦੇ ਅੱਗੇ ਸਾਰਿਆਂ ਦੇ ਸੀਸ ਝੁਕ ਜਾਂਦੇ ਹਨ। ਜਿਸ ਵੱਲ ਵੀ ਵੇਖਦੇ ਨੇ ਉਹ ਸਤਿਗੁਰਾਂ ਅੱਗੇ ਸੀਸ ਝੁਕਾ ਲੈਂਦਾ ਹੈ। ਇੰਨਾ ਅਦਬ ਤੇ ਸਤਿਕਾਰ ਸਿੱਖਾਂ ਦੇ ਹਿਰਦਿਆਂ ਵਿੱਚ ਸਤਿਗੁਰੂ ਜੀ ਦਾ ਹੈ। ਇਹ ਗੁਰਦੇਵ ਦਾ ਅਦਬ ਹੈ, ਇਹ ਸਤਿਗੁਰਾਂ ਦਾ ਸਤਿਕਾਰ ਹੈ। ਅੱਜ ਵੀ ਜਦੋਂ ਅਸੀਂ ਸਤਿਗੁਰਾਂ ਦੇ ਸਨਮੁਖ ਨਮਸਕਾਰ ਕਰਨ ਵਾਸਤੇ ਆਉਂਦੇ ਹਾਂ, ਸਤਿਗੁਰੂ ਜੀ ਦੇ ਸਾਹਮਣੇ ਦਰਸ਼ਨ ਕਰਦਾ, ਇੱਕਦਮ ਸਾਡੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ। ਨਮਸਕਾਰ ਕਰਦਿਆਂ
ਇਹ ਗੁਰਦੇਵ ਦਾ ਅਦਬ ਹੈ, ਇਹ ਸਤਿਗੁਰਾਂ ਦਾ ਸਤਕਾਰ ਹੈ ਜੋ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਹੈ। ਜੁਝਾਰ ਸਿੰਘ ਤਬ ਚੱਲ ਆਏ। ਇਹਨੇ ਨੂੰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਜੀ ਵੀ ਆ ਗਏ। ਸੰਗ ਜੋਰਾਵਰ ਸਿੰਘ ਹਰ ਖਾਏ। ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਆਏ ਹਨ। ਬੰਧਨ ਕਰਤ ਸੰਗ ਹੀ ਚਲੇ। ਆਪਣੇ ਪਿਤਾ ਗੁਰੂ ਕਲਗੀਧਰ ਜੀ ਦੇ ਚਰਨਾਂ ਤੇ ਬੰਦਨਾ ਕਰਕੇ ਨਾਲ ਹੀ ਚੱਲ ਪਏ। ਅੱਗੇ ਆਏ ਨੇ ਬਾਹਰ ਦਰਸ਼ਨ ਕਰਨ ਲਈ ਮਹਿਲਾਂ ਚੋਂ। ਔਰ ਨਰ ਨਾਰੀ ਦਰਨ ਹੋਏ ਖਲੇ। ਨਗਰ ਦੇ ਜਿਤਨੇ ਨਰ ਨਾਰੀਆਂ ਨੇ ਆਪਣੇ ਘਰਾਂ ਦੇ ਦਰਵਾਜ਼ਿਆਂ ਤੇ ਖੜੇ ਨੇ ਕਿ ਕਲਗੀਧਰ ਜੀ ਦੀ ਸਵਾਰੀ ਲੰਘਣੀ ਹੈ ਤੇ ਅਸੀਂ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਹਨ। ਕਰ ਬੰਦੇ ਅਰ ਸੀਸ ਨਿਵਾਏ। ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕਰਦੇ ਨੇ ਔਰ ਚਰਨਾਂ ਤੇ ਸੀਸ ਝੁਕਾਉਂਦੇ ਹਨ ਸਾਰੇ। ਔਰ ਤੋਰ ਪਰਖੇ ਬਿਸਮਾਵੇ। ਗੁਰਦੇਵ ਦੇ ਜਿਹੜੇ ਅੱਜ ਦੇ ਮਹਾਰਾਜ ਜੀ ਦੇ ਬਾਹਰਲੇ ਭਾਵ ਨੇ ਉਹ ਬੜੇ ਅਲੌਕਿਕ ਹਨ, ਬੜੇ ਅਸਚਰਜ ਨੇ। ਜਿੰਨੇ ਵੀ ਸਿੱਖ ਵੇਖ ਰਹੇ ਨੇ ਨਾ, ਮਹਾਰਾਜ ਜੀ ਬੜੇ ਅਸਚਰਜ ਰੂਪ ਦੇ ਵਿੱਚ ਅੱਜ ਇੱਕ ਐਸਾ ਵਿਸਮਾਦੀ ਸਰੂਪ ਹੈ ਜਿਹੜਾ ਮਹਾਰਾਜ ਜੀ ਦਾ ਸਾਰੇ ਸਿੱਖਾਂ ਨੂੰ ਦਰਸ਼ਨ ਦੇ ਰਿਹਾ ਹੈ। ਕਹਿਨ ਸੁਨਨ ਕੈ ਸੋਨੇ ਕਰਈ। ਕਲਗੀਧਰ ਜੀ ਨੇ ਕਿਸੇ ਨਾਲ ਕੋਈ ਬਚਨ ਕਿਹਾ ਸੁਣਿਆ ਨਹੀਂ, ਚੁੱਪਚਾਪ ਹੀ ਜਾ ਰਹੇ ਨੇ। ਨਹੀਂ ਤਾਂ ਅੱਗੇ ਮਹਾਰਾਜ ਜੀ ਕਦੇ ਸਿੱਖਾਂ ਨੂੰ ਮਿਲਦੇ ਪੁੱਛਦੇ, ਭਾਈ ਕੀ ਹਾਲ ਹੈ, ਠੀਕ ਠਾਕ ਹੋ? ਤੂੰ ਅੱਜ ਤਾਂ ਮਹਾਰਾਜ ਜੀ ਬੋਲੇ ਨਹੀਂ, ਨਾ ਹੀ ਕੋਈ ਸਿੱਖ ਬੋਲਿਆ ਕਿ ਮਹਾਰਾਜ ਜੀ ਨੂੰ ਕੁਝ ਕਹੇ। ਸਤਿਗੁਰੂ ਜੀ ਵੀ ਚੁੱਪ ਨੇ, ਸਿੱਖ ਵੀ ਐਨ ਚੁੱਪ ਹੋ ਕੇ ਬੜੀ ਸ਼ਾਂਤੀ ਨਾਲ ਠਰਮੇ ਨਾਲ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਨੇ। ਰਸ ਭਰ ਦ੍ਰਿਗ ਨੇ ਕਿਸੂ ਨਿਹਾਰਈ। ਰਸ ਭਰ ਕੇ ਨੇਤਰਾਂ ਦੇ ਨਾਲ ਕਿਸੇ ਵੱਲ ਵੀ ਮਹਾਰਾਜ ਜੀ ਨੇ ਨਹੀਂ ਵੇਖਿਆ, ਯਾਨੀ ਕਿ ਬਹੁਤ ਜ਼ਿਆਦਾ ਡੂੰਗੀ ਨਿਗਾਹ ਨਾਲ, ਭਰਵੀਂ ਨਿਗਾਹ ਨਾਲ ਮਹਾਰਾਜ ਜੀ ਨੇ ਕਿਸੇ ਵੱਲ ਨਹੀਂ ਵੇਖਿਆ। ਉਦਾਸੀਨ ਸਭ ਸੋ ਰਸ ਏਕ। ਮਹਾਰਾਜ ਜੀ ਇੱਕ ਐਸੀ ਉਦਾਸੀਨ ਬਿਰਤੀ ਹੈ ਜਿਸ ਨੂੰ ਉਪਰਾਮਤਾ ਦੀ ਬਿਰਤੀ ਕਹਿੰਦੇ ਨੇ। ਉਸ ਦੇ ਰਸ ਦੇ ਵਿੱਚ ਮਹਾਰਾਜ ਜੀ ਭਿੱਜੇ ਜਾ ਰਹੇ ਹਨ। ਤੇਜ ਉਗਰ ਪੇ ਜਲਦ ਬਵੇਕ। ਜਲਦ ਬਵੇਕ ਸਤਿਗੁਰਾਂ ਦਾ ਭਾਰੀ ਤੇਜ ਜੋ ਮੇਰੇ ਸੁਆਮੀ ਦਾ ਆਪਣਾ ਤੇਜ ਹੈ ਉਹ ਅੱਜ ਸੰਗਤ ਨੂੰ ਐਨ ਪ੍ਰਤੱਖ ਰੂਪ ਦੇ ਵਿੱਚ ਦਿਸ ਰਿਹਾ ਹੈ। ਜੋ ਸਤਿਗੁਰੂ ਜੀ ਦਾ ਆਪਣਾ ਤੇਜ ਹੈ, ਮਹਾਰਾਜ ਜੀ ਦੀ ਆਪਣੀ ਸ਼ਕਤੀ ਹੈ, ਉਹ ਅੱਜ ਸਾਰੀ ਸੰਗਤ ਨੂੰ, ਸਾਰੇ ਸਿੱਖਾਂ ਨੂੰ ਪ੍ਰਤੱਖ ਰੂਪ ਦੇ ਵਿੱਚ ਨਜ਼ਰ ਆ ਰਿਹਾ ਹੈ। ਔਰ ਮੈਂ ਮੰਗਲ ਅਨੇਕ ਪ੍ਰਕਾਰਾ। ਸੰਗਤ ਵਿੱਚ ਬੜੀ ਖੁਸ਼ੀ ਹੈ, ਸਿੱਖਾਂ ਵਿੱਚ ਬੜਾ ਚਾਅ ਹੈ। ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹਰ ਘਰ ਦੇ ਵਿੱਚ ਮੰਗਲਾਚਾਰ ਹੋ ਰਹੇ ਨੇ, ਹਰ ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਗੁਰ ਆਗਮਨ ਜਲਦ ਜਨ ਪਾਰਾ। ਕਹਿੰਦੇ ਸਤਿਗੁਰੂ ਜੀ ਦਾ ਆਗਮਨ ਇਸ ਤਰ੍ਹਾਂ ਹੈ ਮਾਨੋ ਜੈਸੇ ਕਿਸੇ ਪ੍ਰਕਾਰ ਦੀ ਤਪਸ਼ ਭਰੀ ਜਗ੍ਹਾ ਤੇ ਮੀਂਹ ਪੈਂਦਾ ਹੋਵੇ। ਤਪਸ਼ ਭਰੀ ਥਾਂ ਤੇ ਜਿੱਥੇ ਅੱਤ ਦੀ ਗਰਮੀ ਹੋਵੇ ਤੇ ਇੱਥੇ ਮੀਂਹ ਪੈ ਜੇ ਤੇ ਠੰਡ ਨਹੀਂ ਵਰਤ ਜਾਂਦੀ। ਏਦਾਂ ਕਲਗੀਧਰ ਜੀ ਦੇ ਆਉਣ ਨਾਲ ਸਾਰੇ ਆਨੰਦਪੁਰ ਸਾਹਿਬ ਵਿੱਚ ਠੰਡ ਵਰਤ ਗਈ ਹੈ ਸਿੱਖਾਂ ਅੰਦਰ। ਜਿਹੜਾ ਸਿੱਖਾਂ ਦੇ ਹਿਰਦੇ ਗੁਰਦੇਵ ਦੇ ਦਰਸ਼ਨਾਂ ਤੋਂ ਬਿਨਾਂ ਤਪ ਰਹੇ ਸਨ, ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਗੁਰਦੇਵ ਨੇ ਭਾਰੀ ਤਪੱਸਿਆ ਕਰੜੀ ਸਾਧਨਾ ਕੀਤੀ, ਹਠ ਤਪ ਕੀਤਾ ਹੈ, ਤੋਂ ਦਰਸ਼ਨ ਨਹੀਂ ਸਨ ਹੋਏ ਸੰਗਤ ਨੂੰ। ਅੱਜ ਦਰਸ਼ਨ ਹੋਏ ਨੇ, ਸਾਰਿਆਂ ਦੇ ਹਿਰਦੇ ਬੜੇ ਠੰਡੇ ਠਾਰ ਤੇ ਸ਼ੀਤਲ ਹੋ ਗਏ ਨੇ। ਮਹਾਰਾਜ ਜੀ ਦੇ ਦਰਸ਼ਨ ਹੈ ਨਹੀਂ ਠੰਡੇ ਗੁਰੂ ਖਾਲਸਾ ਜੀ, ਚੰਨ ਉਹਨਾਂ ਠੰਡਾ ਨਹੀਂ। ਗੁਰੂ ਖਾਲਸਾ ਜੀ ਸਰਦੀ ਦੀ ਰੁੱਤ ਵੀ ਓਨੀ ਠੰਡੀ ਨਹੀਂ। ਸੁਮੇਰ ਪਰਬਤ ਦੇ ਉੱਤੇ ਪਈ ਹੋਈ ਬਰਫ਼, ਹਿਮਾਲਿਆ ਦੇ ਉੱਤੇ ਪਈ ਹੋਈ ਬਰਫ਼ ਵੀ ਓਨੀ ਠੰਡੀ ਨਹੀਂ ਜਿੰਨੀ ਸ਼ੀਤਲਤਾ ਮਹਾਰਾਜ ਜੀ ਦੇ ਦਰਸ਼ਨਾਂ ਵਿੱਚੋਂ ਗੁਰਸਿੱਖ ਦੇ ਹਿਰਦੇ ਨੂੰ ਪ੍ਰਾਪਤ ਹੁੰਦੀ ਹੈ। ਤੋ ਕਹਿੰਦੇ ਜਿਵੇਂ ਕਿਸੇ ਤਪਦੀ ਭਰੀ ਜ਼ਮੀਨ ਦੇ ਉੱਤੇ ਤਪਦੇ ਹੋਏ ਰੇਤ ਦੇ ਉੱਤੇ ਮੀਂਹ ਪੈ ਜਾਂਦਾ ਤੇ ਉਹ ਠੰਡਾ ਹੋ ਜਾਂਦਾ ਨਾ, ਏਦਾਂ ਗੁਰਸਿੱਖਾਂ ਵਾਸਤੇ ਸਤਿਗੁਰੂ ਜੀ ਦੇ ਦਰਸ਼ਨ ਮੀਂਹ ਬਣ ਕੇ ਵਰਸੇ ਹਨ। ਜਲ ਪ੍ਰਮੋਦ ਕੋ ਬੋ ਬਰਖਾਇਓ। ਕਹਿੰਦੇ ਖੁਸ਼ੀ ਦਾ ਮੀਂਹ ਵਰਸਿਆ, ਖੁਸ਼ੀ ਦਾ ਪਾਣੀ ਜਲ ਹੈ ਜਿਹੜਾ ਸਾਰੇ ਸਿੱਖਾਂ ਨੂੰ ਪ੍ਰਾਪਤ ਹੋ ਰਿਹਾ ਹੈ। ਤਪਤ ਹੋਤੀ ਉਪਰ ਰਹਿ ਛਾਇਓ। ਕਹਿੰਦੇ ਜਿਵੇਂ ਜਿਹੜੇ ਪਹਿਲਾਂ ਧੁੱਪ ਦੇ ਵਿੱਚ ਤਪ ਰਹੇ ਸੀ ਨਾ, ਮਾਨੋ ਉਹਨਾਂ ਉੱਤੇ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਛਾਂ ਆ ਗਈ ਹੈ।
ਤਪਤ ਦੇ ਵਿੱਚ ਮਹਾਰਾਜ ਜੀ ਨੇ ਠੰਡ ਵਰਤਾ ਦਿੱਤੀ ਹੈ। ਮੰਦਰ ਸੁੰਦਰ ਅੰਦਰ ਗਏ। ਸੋਹਣਿਆ ਮੰਦਰਾਂ ਵਿੱਚ ਜਿੱਥੇ ਗੁਰਦੇਵ ਦੇ ਪਾਵਨ ਮਹਿਲ ਨੇ, ਆਪਣਿਆਂ ਮਹਿਲਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਹਨ। ਚਾਰੂ ਸਿੰਘਾਸਨ ਬੈਠਤ ਪਏ। ਗੁਰਦੇਵ ਜੀ ਦਾ ਬੜਾ ਸੁੰਦਰ ਸਿੰਘਾਸਣ ਹੈ, ਉਸ ਸਿੰਘਾਸਣ ਤੇ ਆਣ ਕੇ ਮਹਾਰਾਜ ਜੀ ਬੈਠੇ ਹਨ। ਪੰਚਾਮ੍ਰਿਤ ਘਰ ਘਰ ਪ੍ਰਤ ਹੋਆ। ਹਰ ਸਿੱਖ ਨੇ ਆਪਣੇ ਘਰ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਹੈ। ਦੇਗਾਂ ਘਰੋਂ ਤਿਆਰ ਕਰਕੇ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਲੈ ਕੇ ਆਏ ਹਨ। ਅਤ ਪ੍ਰਿਯ ਗੁਰ ਕੋ ਦਰਸ਼ਨ ਜੋਆ। ਅਤ ਪ੍ਰਿਯ ਸਤਿਗੁਰੂ ਜੀ ਦੇ ਦਰਸ਼ਨ ਜੋ ਸਿੱਖਾਂ ਨੂੰ ਅਤੀ ਪ੍ਰਿਯ ਹਨ। ਅਤੀ ਪ੍ਰਿਯ ਦਾ ਮਤਲਬ ਬਹੁਤ ਹੀ ਪਿਆਰੇ। ਸਿੱਖਾਂ ਨੂੰ ਸਤਿਗੁਰੂ ਜੀ ਦੇ ਦਰਸ਼ਨ ਬਹੁਤ ਹੀ ਜ਼ਿਆਦਾ ਪਿਆਰੇ ਹਨ। ਅਤ ਪ੍ਰਿਯ ਦਰਸ਼ਨ ਮਹਾਰਾਜ ਜੀ ਦੇ ਜਾ ਕੇ ਸਿੱਖਾਂ ਨੇ ਕੀਤੇ ਨੇ। ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਕੇ ਗੁਰਸਿੱਖ ਘਰਾਂ ਤੋਂ ਲੈ ਕੇ ਆਏ ਹਨ। ਆਨ ਕਰਾਵਤ ਸਿੱਖੀ ਅਰਦਾਸ। ਦੇਗਾਂ ਭੇਟ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖ ਅਰਦਾਸ ਬੇਨਤੀ ਕਰਦੇ ਹਨ। ਕਰੇ ਦੂਸ਼ਨੀ ਬੈਠੇ ਪਾਸ। ਔਰ ਚੁੱਪਚਾਪ ਹੋ ਕਰਕੇ ਬੜੀ ਸ਼ਾਂਤੀ ਦੇ ਨਾਲ, ਬੜੇ ਠਰਮੇ ਦੇ ਨਾਲ ਸਿੱਖ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਕੋਲ ਬੈਠਦੇ ਹਨ। ਦੀਪਕ ਮਾਲਾ ਸਭ ਇਨ ਕਰੀ। ਖਾਲਸਾ ਜੀ, ਜਿਹੜਾ ਖੁਸ਼ੀ ਪ੍ਰਗਟ ਕਰਨ ਦਾ ਤਰੀਕਾ ਹੈ, ਭਾਰਤੀ ਸੰਸਕ੍ਰਿਤੀ ਤੋਂ ਇਲਾਵਾ ਬਾਹਰਲਿਆਂ ਵਿਦੇਸ਼ਾਂ ਦੇ ਵਿੱਚ ਵੀ ਆਪਣੀ ਖੁਸ਼ੀ ਨੂੰ ਪ੍ਰਗਟ ਕਰਨ ਦਾ ਜਿਹੜਾ ਤਰੀਕਾ ਹੈ, ਉਹ ਰੌਸ਼ਨੀ ਕਰਕੇ ਹੁੰਦਾ ਹੈ। ਦੀਪਮਾਲਾ ਕਰਕੇ, ਕਿਤੇ ਮੋਮਬੱਤੀਆਂ ਜਗਾ ਕੇ ਕਰਦੇ ਐ। ਅੱਜ ਕੱਲ੍ਹ ਜਿਵੇਂ ਆ ਬਿਜਲੀ ਦੀਆਂ ਜਿਹੜੀਆਂ ਲਾਈਟਾਂ ਨੇ, ਇਹ ਜਗਾ ਕਰਕੇ, ਉਹਦੇ ਨਾਲ ਦੀਪਮਾਲਾ ਕਰਕੇ ਆਪਣੀ ਖੁਸ਼ੀ ਨੂੰ ਜ਼ਾਹਰ ਕਰਨ ਦਾ ਪ੍ਰਗਟਾਵਾ ਕਰਦੇ ਨੇ। ਤੋ ਇਹ ਹਿੰਦੁਸਤਾਨ ਦੀ ਧਰਤੀ ਦਾ ਵੀ ਇਹੀ ਵਿਧਾਨ ਹੈ, ਕਿਉਂਕਿ ਅਧਿਆਤਮਿਕ ਜਗਤ ਦੇ ਵਿੱਚ ਵੀ ਜਿੱਥੇ ਆਤਮਾ ਦਾ ਸਾਖਸ਼ਾਤਕਾਰ ਹੁੰਦਾ ਹੈ, ਉੱਥੇ ਵੀ ਮਹਾਪੁਰਸ਼ ਕਹਿੰਦੇ ਆ ਤਹ ਝਿਲਮਿਲ ਕਾਰ ਦਸੰਤਾ। ਉੱਥੇ ਵੀ ਗੁਰੂ ਖਾਲਸਾ ਜੀ ਝਿਲਮਿਲ ਪ੍ਰਕਾਸ਼ ਹੀ ਪ੍ਰਕਾਸ਼ ਹੈ। ਔਰ ਉੱਥੇ ਲਗਾਤਾਰ ਅਨਹਦ ਇੱਕ ਸ਼ਬਦ ਦਾ ਰਸ ਜਿਹੜਾ ਹੈ, ਉਹ ਨਿਰੰਤਰ ਇੱਕ ਰਸ ਵਰਤਦਾ ਹੈ। ਇਹ ਜਿਹੜਾ ਅਨਹਦ ਨਾਦ ਹੈ, ਇਹ ਕੈਸਾ ਹੈ, ਇਹਦੇ ਬਾਰੇ ਮਹਾਪੁਰਸ਼ ਵਿਦਵਾਨ ਜਨ ਇਸ ਪ੍ਰਕਾਰ ਨਾਲ ਵੀ ਦੱਸਦੇ ਨੇ ਕਿ ਜਿਹੜੀ ਸਾਡੀ ਭਿਅੰਗਮਾ ਨਾੜੀ ਹੈ, ਸਾਡੇ ਸਰੀਰ ਦੀ ਰੀੜ੍ਹ ਦੀ ਹੱਡੀ ਦੇ ਨਾਲ ਖਾਲਸਾ ਜੀ 3 ਨਾੜੀਆਂ ਨੇ। ਜਿਹੜੀ ਸਾਡੀ ਗੁਦਾ ਤੋਂ ਹੁੰਦੇ ਹੋਏ, ਸਿਖਰ ਤੋਂ ਹੁੰਦੇ ਹੋਏ ਸਾਡੀ ਨਾਸਕਾ ਤੱਕ ਪਿਛਲੇ ਪਾਸਿਓਂ ਚੱਲ ਕੇ ਸਿਰ ਦੀ ਖੋਪੜੀ ਤੋਂ ਨਾਸਕਾ ਤੱਕ ਚੱਲ ਕੇ ਆਉਂਦੀਆਂ ਹਨ। ਤੋ ਉਹਦੇ ਵਿੱਚੋਂ ਇੱਕ ਈੜਾ ਹੈ ਔਰ ਇੱਕ ਪਿੰਗਲਾ ਹੈ, ਉਹ ਇੱਕ ਸੁਸ਼ਮਨਾ ਹੈ। ਈੜਾ ਔਰ ਪਿੰਗਲਾ ਦੇ ਵਿੱਚ ਸਵਾਸ ਚੱਲਦੇ ਨੇ। ਜਿਹੜੀ ਵਿਚਕਾਰ ਸੁਸ਼ਮਨਾ ਨਾੜੀ ਹੈ, ਸਾਡੀ ਰੀੜ੍ਹ ਦੀ ਹੱਡੀ ਦੇ ਨਾਲ ਚੱਲ ਕੇ ਆਉਂਦੀ ਹੈ, ਥੱਲੜੇ ਪਾਸਿਓਂ ਦੀ ਚੱਲਦੀ ਹੈ। ਔਰ ਸਾਡੀ ਇਹ ਜਿਹੜੀ ਸੁਸ਼ਮਨਾ ਨਾੜੀ ਨੂੰ ਭਿਅੰਗਮਾ ਨਾੜੀ ਵੀ ਗੁਰਬਾਣੀ ਚ ਮਹਾਰਾਜ ਜੀ ਨੇ ਕਿਹਾ ਨਿਵਲ ਭਿਅੰਗਮ ਸਾਧੇ। ਤੋ ਜਿਹੜੀ ਭਿਅੰਗਮਾ ਨਾੜੀ ਹੈ, ਜਿਸ ਨੂੰ ਸਰਪਨੀ ਵੀ ਕਹਿੰਦੇ ਨੇ, ਸੁਸ਼ਮਨਾ ਨਾੜੀ ਵੀ ਕਹਿੰਦੇ ਨੇ, ਏਦਾਂ ਇਹਦੇ ਨਾਂ ਨੇ। ਸਾਡੀ ਜਿਹੜੀ ਗਿੱਚੀ ਹੁੰਦੀ ਹੈ ਪਿਛਲੇ ਪਾਸੇ, ਇੱਥੇ ਇੱਕ ਗੰਢ ਹੁੰਦੀ ਹੈ। ਉਸ ਗੰਢ ਤੋਂ ਥੱਲੇ ਰੀੜ੍ਹ ਦੀ ਹੱਡੀ ਜਿੱਥੋਂ ਸ਼ੁਰੂ ਹੁੰਦੀ ਹੈ, ਉੱਥੇ ਤੱਕ ਜਿਹੜੀ ਇਹ ਨਾੜੀ ਹੈ, ਇਹਦੇ ਵਿੱਚ ਇੱਕ ਲਿਕਵਿਡ ਭਰਿਆ ਹੁੰਦਾ। ਇਹਨੂੰ ਸਾਇੰਸ ਵੀ ਮੰਨਦੀ ਹੈ। ਉਹ ਰੀੜ੍ਹ ਦੀ ਹੱਡੀ ਦੇ ਨਾਲ ਜਿਹੜੀ ਉਹ ਨਾੜੀ, ਉਹਦੇ ਚ ਲਿਕਵਿਡ ਭਰਿਆ ਹੁੰਦਾ, ਇੱਕ ਤਰਲ ਪਦਾਰਥ ਹੈ। ਆਮ ਕਰਕੇ ਜਦੋਂ ਬਹੁਤ ਜ਼ਿਆਦਾ ਕਿਸੇ ਦੀ ਬਿਮਾਰੀ ਦਾ ਨਹੀਂ ਪਤਾ ਲੱਗਦਾ ਤੇ ਡਾਕਟਰ ਉਹੀ ਲਿਕਵਿਡ ਕੱਢਦੇ ਆ ਸਿਰਿੰਜ ਦੇ ਨਾਲ, ਤੇ ਉਹਦਾ ਜਾਂਚ ਕਰਕੇ ਉਹਦੀ ਰਿਪੋਰਟ ਵੇਖਦੇ ਆ ਵੀ ਇਹ ਕੀ ਬਿਮਾਰੀ ਹੈ ਇਹਦੇ ਸਰੀਰ ਤੇ। ਤੋ ਉਹ ਲਿਕਵਿਡ ਉਹਦੇ ਵਿੱਚ ਭਰਿਆ ਹੁੰਦਾ ਹੈ। ਉਹਦੇ ਥੱਲੇ ਗੁਰੂ ਖਾਲਸਾ ਜੀ, ਜਿਸ ਨੂੰ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਜ਼ਿਕਰ ਕਰਦਿਆਂ ਦੱਸਿਆ ਵੀ ਹੈ, ਉਹਦਾ ਜਿਸ ਨੂੰ ਕੁੰਡਲਨੀ ਕਹਿੰਦੇ ਹਨ। ਗੁਰਸਿੱਖ ਦੀ ਕੁੰਡਲਨੀ ਤਾਂ ਸੁਤੇ ਸਿੱਧੀ ਜਾਗ ਪੈਂਦੀ ਹੈ। ਕੁੰਡਲਨੀ ਸੁਰਜੀ ਸਤ ਸੰਗਤ, ਸੰਗਤ ਕਰਦਿਆਂ ਕਰਦਿਆਂ, ਕਥਾ ਕੀਰਤਨ ਸੁਣਦਿਆਂ, ਸਾਧਨਾ ਕਰਦਿਆਂ, ਸਿਮਰਨ ਕਰਦਿਆਂ ਉਹ ਆਪਣੇ ਆਪ ਹੀ ਜਾਗ ਪੈਂਦੀ ਹੈ। ਉਹ ਕੁੰਡਲਨੀ ਏਦਾਂ ਨਾ 3 ਵਲ ਪਾ ਕੇ ਜਿਵੇਂ ਸੱਪ ਬੈਠਦਾ, ਏਦਾਂ ਬੈਠੀ ਹੁੰਦੀ, ਤੇ ਉਹਦਾ ਉੱਪਰਲੀ ਜਿਹੜੀ ਸਿਰੀ ਹੁੰਦੀ ਆ, ਉਹਨੇ ਥੱਲੇ ਸੁੱਟੀ ਹੁੰਦੀ ਹੈ। ਥੱਲੇ ਉਹਨੂੰ ਕਹਿੰਦੇ ਨੇ ਕੁੰਡਲਨੀ ਥੱਲੇ ਡਿੱਗੀ ਹੋਈ ਹੈ।
ਉਹ 3 ਪ੍ਰਕਾਰ ਦੇ ਨਾਲ, ਕਈਆਂ ਦੀ ਤਾਂ ਸੁੱਤੇ ਸਿੱਧੀ ਜਾਗ ਪੈਂਦੀ ਹੈ, ਕਰੋੜਾਂ ਦੇ ਵਿੱਚੋਂ ਕੋਈ ਇੱਕ ਵਿਦਾ ਬਿਰਲਾ ਹੁੰਦਾ ਹੈ, ਕਿਸੇ ਦੀ ਗੁਰੂ ਸ਼ਕਤੀਪਾਤ ਨਾਲ ਵੀ ਜਗਾ ਦਿੰਦਾ ਹੈ, ਕੋਈ ਯੋਗ ਦੀ ਸਾਧਨਾ ਨਾਲ ਵੀ ਜਗਾ ਲੈਂਦੇ ਨੇ। ਪਰ ਜਿਹੜਾ ਸਭ ਤੋਂ ਸੌਖਾ ਤੇ ਸਰਲ ਸਾਧਨ ਯੋਗ ਦੇ ਵਿੱਚ ਦੱਸਿਆ ਜਾਂਦਾ ਹੈ, ਉਹ ਧਿਆਨ ਦੁਆਰਾ ਉਸ ਕੁੰਡਲਨੀ ਨੂੰ ਜਗਾਉਂਦੇ ਨੇ। ਉਹ ਜਿਹੜਾ ਮੂੰਹ ਸੁੱਟਿਆ ਹੁੰਦਾ ਨਾ ਕੁੰਡਲਨੀ ਨੇ, ਉਹ ਜਦੋਂ ਧਿਆਨ ਕਰਦੇ ਐ, ਧਿਆਨ ਦੇ ਨਾਲ ਸਹਿਜੇ ਸਹਿਜੇ 1 ਦਿਨ 2 ਦਿਨ ਸਾਧਨਾ ਕਰਦਿਆਂ 2-2 3-3 ਘੰਟੇ ਬੈਠ ਕੇ ਧਿਆਨ ਵਿੱਚ, ਉਹ ਕੁੰਡਲਨੀ ਦਾ ਜਿਹੜਾ ਸਿਰ ਹੈ ਥੋੜਾ ਥੋੜਾ ਉੱਪਰ ਨੂੰ ਉੱਠਣਾ ਸ਼ੁਰੂ ਹੁੰਦਾ। ਜਿੰਨਾ ਕੁ ਵਾਲ ਹੁੰਦਾ ਨਾ ਸਾਡਾ ਕੇਸਾਂ ਦਾ, ਓਨਾ ਹੀ ਉੱਪਰ ਉੱਠਦੀ ਹੈ। ਉਹਦੇ ਥੱਲੇ ਫਿਰ ਮਾਸ ਭਰਦਾ ਹੈ। ਫਿਰ ਹੋਰ ਮਹੀਨੇ 2 ਮਹੀਨੇ ਬਾਅਦ ਜਿਵੇਂ ਜਿਵੇਂ ਉੱਪਰ ਉੱਠਦੀ ਹੈ, ਉਹਦੇ ਥੱਲੇ ਜਿਹੜੀ ਗੈਪ ਹੁੰਦਾ, ਖਾਲੀ ਜਗ੍ਹਾ ਹੁੰਦੀ ਹੈ, ਉਹਦੇ 'ਚ ਮਾਸ ਭਰਨਾ ਸ਼ੁਰੂ ਹੋ ਜਾਂਦਾ ਹੈ। ਚਲਦਿਆਂ ਚਲਦਿਆਂ ਉਹ ਕੁੰਡਲਨੀ ਜਦੋਂ ਬਿਲਕੁਲ ਉਹ ਸੁਸ਼ਮਨਾ ਨਾੜੀ ਦੇ ਥੱਲੇ ਆ ਜਾਂਦੀ ਹੈ, ਜਿਹਦੇ 'ਚ ਲਿਕਵਿਡ ਭਰਿਆ ਹੁੰਦਾ ਹੈ, ਉਹਦੇ ਥੱਲੇ ਜਦੋਂ ਸੁਸ਼ਮਨਾ ਨਾੜੀ ਦਾ ਮੂੰਹ ਆਉਂਦਾ ਹੈ, ਤਾਂ ਉਸ ਵਕਤ ਉਹਦੇ ਵਿੱਚੋਂ ਇੱਕ ਪ੍ਰੈਸ਼ਰ ਨਿਕਲਦਾ ਹੈ, ਇੱਕ ਇਹੋ ਜਿਹੀ ਸ਼ਕਤੀ ਉੱਪਰ ਨੂੰ ਉੱਠਦੀ ਹੈ, ਤੇ ਜਿਹੜੀ ਸਾਡੀ ਆਹ ਗਰਦਨ ਦੇ ਕੋਲ ਗੰਢ ਹੁੰਦੀ ਹੈ ਨਾ, ਜਿਸ ਨੇ ਉਹ ਲਿਕਵਿਡ ਰੋਕਿਆ ਹੁੰਦਾ ਉੱਤੇ ਜਾਣ ਤੋਂ, ਉਹ ਗੰਢ ਟੁੱਟ ਜਾਂਦੀ ਹੈ। ਉਹ ਲਿਕਵਿਡ ਫਿਰ ਉੱਪਰਲੇ ਪਾਸੇ ਦਸਮ ਦੁਆਰ ਦੇ ਵਿੱਚ ਜਦੋਂ ਚੱਲ ਕੇ ਸਾਡੇ ਅੱਖਾਂ ਦੇ ਭੌਹਾਂ ਦੇ ਵਿਚਕਾਰ ਇੱਥੇ ਇੱਕ ਹੋਲ ਹੈ, ਜਿਸ ਨੂੰ ਸਾਇੰਸ ਵੀ ਮੰਨਦੀ ਹੈ, ਇੱਥੇ ਆ ਕੇ ਫਿਰ ਉਹ ਲਿਕਵਿਡ ਜਿਹੜਾ ਉਹ ਪਹੁੰਚਦਾ ਹੈ। ਉਹ ਇੱਥੇ ਜਦੋਂ ਲਿਕਵਿਡ ਪਹੁੰਚਦਾ ਸਾਡੀ ਉਸ ਰੀੜ੍ਹ ਦੀ ਹੱਡੀ ਦੇ ਵਿੱਚੋਂ ਦੀ, ਜਿਹੜਾ ਸੁਸ਼ਮਨਾ ਨਾੜੀ ਦੇ ਦੁਆਰਾ, ਇੱਥੇ ਫਿਰ ਜਦੋਂ ਜ਼ੋਰ ਪੈਂਦਾ ਹੈ, ਉਹਦੇ ਵਿੱਚੋਂ ਫਿਰ ਉਹ ਜਿਹੜੀ ਬੂੰਦ ਹੈ ਉਹ ਡਿੱਗ ਕੇ ਫਿਰ ਸਾਡਾ ਨਾਭੀ ਜਿਹੜੀ ਹੁੰਦੀ ਹੈ, ਪੇਟ ਦੀ ਧੁੰਨੀ, ਇਹਦੇ ਵਿੱਚ ਉਹ ਡਿੱਗਣੀ ਸ਼ੁਰੂ ਹੋ ਜਾਂਦੀ ਹੈ, ਉਹ ਲਿਕਵਿਡ ਦੀ ਇੱਕ ਇੱਕ ਬੂੰਦ ਕਰਕੇ। ਹੁਣ ਇੱਥੇ ਪਾਣੀ ਹੈ, ਉੱਤੇ ਨਾਭੀ ਦੇ ਵਿੱਚ ਪਾਣੀ ਹੈ, ਉੱਤੋਂ ਜਿਹੜਾ ਲਿਕਵਿਡ ਹੈ ਉਹ ਵੀ ਪਾਣੀ ਹੈ। ਹੁਣ ਪਾਣੀ ਦੀ ਬੂੰਦ ਜਦੋਂ ਉਸ ਪਾਣੀ ਦੇ ਵਿੱਚ ਡਿੱਗਦੀ ਹੈ, ਉਸ ਲਿਕਵਿਡ ਦੀ, ਤਰਲ ਪਦਾਰਥ ਦੀ, ਤੇ ਉਦੋਂ ਜਦੋਂ ਬੂੰਦ ਡਿੱਗਦੀ ਇੱਕ ਆਵਾਜ਼ ਆਉਂਦੀ ਹੈ। ਇੱਕ ਬੂੰਦ ਡਿੱਗੀ, ਪਿੱਛੋਂ ਫਿਰ ਦੂਜੀ ਡਿੱਗ ਪਈ, ਫਿਰ ਤੀਜੀ, ਲਗਾਤਾਰ ਏਦਾਂ। ਉਹ ਜਿਹੜੀ ਆਵਾਜ਼ ਹੈ ਉਹਨੂੰ ਕਿਹਾ ਜਾਂਦਾ ਅਨਹਦ ਨਾਦ। ਉਹ ਬਿਨਾਂ ਵਜਾਇਆ ਵੱਜਦਾ ਨਾ, ਉਹ ਲਗਾਤਾਰ ਨਿਰੰਤਰ, ਉਹਦੀਆਂ ਆਵਾਜ਼ਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ, ਉਹਨੂੰ ਅਨਹਦ ਨਾਦ ਕਹਿੰਦੇ ਹਨ। ਤੇ ਆਮ ਕਰਕੇ ਯੋਗੀ ਲੋਕ ਕੀ ਕਰਦੇ ਸੀ, ਉਸ ਜਿਹੜਾ ਲਿਕਵਿਡ ਨੂੰ ਜਿਹੜਾ ਇੱਥੋਂ ਡਿੱਗਦਾ ਹੈ ਮੱਥੇ ਦੇ ਹੋਲ ਤੋਂ, ਆਪਣੀ ਜੀਭ ਨੂੰ ਲੰਮੀ ਕਰਕੇ ਖੇਚਰੀ ਕਰਦੇ ਸੀ। ਉਹ ਸੰਘ ਦੇ ਵਿੱਚ ਪਿੱਛੇ ਜੀਭ ਨੂੰ ਕਰ ਲੈਂਦੇ ਸੀ, ਉੱਤੋਂ ਜਿਹੜੀ ਉਹ ਬੂੰਦ ਡਿੱਗਦੀ ਸੀ ਉਹਦਾ ਸਵਾਦ ਲੈਂਦੇ ਰਹਿੰਦੇ ਸਨ। ਇਹ ਸਾਧਨਾ ਕੇਵਲ ਇੱਥੇ ਤੱਕ ਹੀ ਉਲਝ ਕੇ ਰਹਿ ਜਾਂਦੀ ਸੀ, ਅੱਗੇ ਨਹੀਂ ਸਨ ਵੱਧਦੇ, ਬ੍ਰਹਮ ਤੱਕ ਸਾਖਸ਼ਾਤਕਾਰ ਨਹੀਂ ਸੀ ਹੁੰਦਾ। ਔਰ ਫਿਰ ਜਦੋਂ ਉਹ ਹੁਣ ਲਗਾਤਾਰ ਇੱਕ ਸਰਕਲ ਚੱਲ ਪਿਆ, ਪਿੱਛੋਂ ਲਿਕਵਿਡ ਉੱਠਿਆ, ਕੁੰਡਲਨੀ ਪਿੱਛੋਂ ਪ੍ਰੈਸ਼ਰ ਦਿੰਦੀ ਚਲੀ ਜਾਂਦੀ ਹੈ, ਉਹ ਜਿਹੜੀ ਸੁਸ਼ਮਨਾ ਨਾੜੀ ਦੇ ਵਿੱਚ ਭਰਿਆ ਹੋਇਆ ਲਿਕਵਿਡ ਹੈ, ਉਹ ਜਦੋਂ ਇੱਥੇ ਸਾਡੇ ਬੂੰਦ ਕਰਕੇ ਨਾਭੀ ਦੇ ਵਿੱਚ ਡਿੱਗਦਾ, ਏਦਾਂ ਇੱਕ ਸਰਕਲ ਚੱਲ ਪੈਂਦਾ। ਉਹ ਸਰਕਲ ਜਿਹੜਾ ਉਹ ਜਦੋਂ ਚੱਲਦਾ ਤੇ ਉਹਦੇ ਵਿੱਚ ਇੱਕ ਸ਼ਕਤੀ ਪੈਦਾ ਹੁੰਦੀ। ਜਦੋਂ ਪਾਣੀ ਦਾ ਸਰਕਲ ਚੱਲਦਾ ਤੇ ਬਿਜਲੀ ਨਹੀਂ ਪੈਦਾ ਹੁੰਦੀ, ਪਾਣੀ ਦੇ ਸਰਕਲ ਵਿੱਚੋਂ ਪਣ ਚੱਕੀਆਂ ਹੁੰਦੀਆਂ, ਉਹਦੇ ਚ ਬਿਜਲੀ ਪੈਦਾ ਹੁੰਦੀ ਹੈ। ਏਦਾਂ ਹੀ ਇੱਕ ਊਰਜਾ ਪੈਦਾ ਹੁੰਦੀ ਹੈ। ਉਸ ਊਰਜਾ ਦੇ ਨਾਲ ਫਿਰ ਆਹ ਸਥੂਲ ਸਰੀਰ ਛੱਡ ਕੇ ਮਨੁੱਖ ਸੂਖਸ਼ਮ ਸਰੀਰ ਨੂੰ ਬਾਹਰ ਕੱਢ ਕੇ ਜਿੱਥੇ ਮਰਜ਼ੀ ਭਰਮਣ ਕਰ ਸਕਦਾ ਹੈ। ਤੋ ਇਸ ਪ੍ਰਕਾਰ ਦੀਆਂ ਇਹ ਪ੍ਰਕਿਰਿਆਵਾਂ ਹਨ। ਤੋ ਇਹ ਪ੍ਰਕਿਰਿਆਵਾਂ ਕਿਹੜੀ ਪੰਕਤੀ ਚੱਲੀ ਸੀ, ਅਤਿਪ੍ਰਿਯ ਦਰਸ਼ਨ। ਗੁਰਸਿੱਖ ਜਿਹੜਾ ਹੈ ਉਹ ਕੇਵਲ ਇਸੇ ਪ੍ਰਕਿਰਿਆ ਵਿੱਚ ਨਹੀਂ ਉਲਝਿਆ ਰਹਿ ਜਾਂਦਾ। ਗੁਰਸਿੱਖ ਐਸੀ ਸਾਧਨਾ ਦੇ ਵਿੱਚ ਪਰਪੱਕ ਹੁੰਦਾ ਹੈ ਕਿ ਸੁਤੇ ਸਿੱਧੀ ਉਹ ਕੁੰਡਲਨੀ ਸੁਰਜੀ ਸਤ ਸੰਗਤ ਗੁਰਬਾਣੀ ਦਾ ਮਹਾਵਾਕ ਹੈ। ਯੋਗ ਦੀ ਪ੍ਰਕਿਰਿਆ ਨਾਲ ਜਾਂ 6 ਚੱਕਰਾਂ ਨੂੰ ਪਵਨ ਦੁਆਰਾ ਵਿੰਨ ਕੇ ਉਸ ਤਰੀਕੇ ਦੇ ਨਾਲ ਗੁਰਸਿੱਖ ਕੁੰਡਲਨੀ ਨਹੀਂ ਜਗਾਉਂਦਾ। ਗੁਰਸਿੱਖ ਦਾ ਲਕਸ਼ ਤਾਂ ਕੇਵਲ ਬ੍ਰਹਮ ਹੈ। ਉਸ ਬ੍ਰਹਮ ਦੇ ਵਿੱਚ ਹੀ ਆਪਣੀ ਸੁਰਤ ਨੂੰ ਅਭੇਦ ਕਰਦਾ ਹੈ। ਸਤਿਗੁਰੂ ਜੀ ਦੇ ਦਰਸ਼ਨਾਂ ਦੇ ਵਿੱਚੋਂ ਗੁਰਸਿੱਖ ਨੂੰ ਇਹ ਸਾਰਾ ਸੁੱਖ ਪ੍ਰਾਪਤ ਹੁੰਦਾ ਹੈ। ਮੇਰੀ ਵਿਚਾਰ ਚੱਲ ਰਹੀ ਸੀ ਕਿ ਤਹ ਝਿਲਮਿਲ ਕਾਰ ਦਸੰਤਾ ਤਹ ਅਨਹਦ ਸ਼ਬਦ ਬਜੰਤਾ। ਉੱਥੇ ਕਹਿੰਦੇ ਝਿਲਮਿਲ ਜਦੋਂ ਆਹ ਪ੍ਰਕਿਰਿਆ ਹੁੰਦੀ ਹੈ, ਉੱਥੇ ਇੱਕ ਪ੍ਰਕਾਸ਼ ਪੈਦਾ ਹੁੰਦਾ, ਬਿਜਲੀ ਪੈਦਾ ਹੁੰਦੀ ਹੈ। ਉਹ ਕਹਿੰਦੇ ਆ ਬੜਾ ਜ਼ਿਆਦਾ ਉਹਦੀ ਰੋਸ਼ਨੀ ਹੁੰਦੀ ਹੈ, ਫਿਰ ਉਹ ਅਨਹਦ ਸ਼ਬਦ ਵੱਜਦਾ ਹੈ। ਇਸੇ ਕਰਕੇ ਅੱਜ ਵੀ ਆਪਣੀ ਖੁਸ਼ੀ ਨੂੰ ਪ੍ਰਗਟ ਕਰਨ ਲਈ ਮਨੁੱਖ ਰਾਤਰੀ ਦੇ ਸਮੇਂ ਦੀਵੇ ਜਗਾਉਂਦੇ ਨੇ, ਦੀਪਮਾਲਾ ਕਰਦੇ ਨੇ। ਦੀਪਮਾਲਾ ਕਰਕੇ ਫਿਰ ਆ ਢੋਲ ਵਜਾ ਕੇ, ਸਾਜ਼ ਵਜਾ ਕੇ, ਉਹ ਨਾਦ ਵਜਾ ਕਰਕੇ ਆਪਣੀ ਖੁਸ਼ੀ ਨੂੰ ਜ਼ਾਹਰ ਕਰਦੇ ਨੇ ਵੀ ਇਹ ਖੁਸ਼ੀ ਦਾ ਪ੍ਰਤੀਕ ਹੈ। ਦਰਅਸਲ ਇਹ ਪ੍ਰੇਰਨਾ ਅੰਦਰੋਂ ਹੀ ਪ੍ਰਾਪਤ ਹੋਈ ਹੈ। ਇਹ ਘਟਨਾ ਮਨੁੱਖ ਦੇ ਸਾਧਨਾ ਕਰਦਿਆਂ ਅੰਦਰੋਂ ਹੀ ਘਟਦੀ ਹੈ। ਤੋ ਇਸ ਪ੍ਰਕਾਰ ਨਾਲ ਕਹਿੰਦੇ ਹੁਣ ਜਿੰਨੇ ਵੀ ਆਨੰਦਪੁਰ ਸਾਹਿਬ ਦੇ ਵਾਸੀ ਨੇ ਆਪਣੀ ਖੁਸ਼ੀ ਨੂੰ ਕਿਵੇਂ ਪ੍ਰਗਟ ਕਰ ਰਹੇ ਨੇ,
ਸਾਰੇ ਆਨੰਦਪੁਰ ਸਾਹਿਬ ਨਗਰ ਦੇ ਵਿੱਚ ਦੀਪਮਾਲਾ ਕਰਕੇ, ਘਰਾਂ ਦੇ ਵਿੱਚ ਦੀਵੇ ਜਗਾ ਕੇ, ਦੀਵਾਰਾਂ ਦੇ ਉੱਤੇ, ਦਰਵਾਜ਼ਿਆਂ ਦੇ ਉੱਤੇ ਸਿੱਖਾਂ ਨੇ ਦੀਵੇ ਜਗਾ ਕੇ ਰੱਖ ਕੇ ਦੀਪਮਾਲਾ ਕੀਤੀ ਹੈ। ਘਰ ਘਰ ਕੇ ਸਿਖਰਨ ਪਰ ਤਰੀ, ਘਰ ਘਰ ਦੇ ਸਿਖਰਾਂ ਦੇ ਉੱਤੇ, ਜਿਹੜੇ ਕੋਠਿਆਂ ਦੀਆਂ ਛੱਤਾਂ ਦੇ ਉੱਤੇ ਜਿਹੜੇ ਬਨੇਰੇ ਹੁੰਦੇ ਨੇ, ਉਹਨਾਂ ਬਨੇਰਿਆਂ ਦੇ ਉੱਤੇ ਦੀਵੇ ਬਾਲ ਕੇ ਰੱਖੇ ਹਨ। ਨੌਬਤ ਬਾਜਤ ਦੀਰਘਪੁਰ, ਨੌਬਤਾਂ ਵੱਜ ਰਹੀਆਂ ਮਹਾਰਾਜ ਜੀ ਦੇ ਵੱਡੇ ਦਰਵਾਜ਼ੇ ਤੇ, ਦਰਸ਼ਨੀ ਡੋੜੀ ਤੇ ਖੁਸ਼ੀ ਦੀਆਂ ਨੌਬਤਾਂ ਵੱਜ ਰਹੀਆਂ ਨੇ, ਸਾਜ਼ ਵੱਜ ਰਹੇ ਨੇ। ਸੰਖ ਨਫੀਰਨ ਕੇ ਗਨ ਸ਼ੋਰ, ਸੰਖ ਵੱਜ ਰਹੇ ਨੇ, ਨਫੀਰੀਆਂ ਵੱਜ ਰਹੀਆਂ ਨੇ, ਮਰਦੰਗ ਵੱਜ ਰਹੇ ਨੇ, ਨਗਾਰੇ ਵੱਜ ਰਹੇ ਨੇ। ਅਤੇ ਉਤਸਵ ਪਾ ਨਗਰ ਮਜਾਰੀ, ਸਾਰੇ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਅੰਦਰ ਬੜਾ ਵੱਡਾ ਭਾਰੀ ਉਤਸਵ ਜਿਹੜਾ ਹੈ ਸਾਰੇ ਆਨੰਦਪੁਰ ਸਾਹਿਬ ਦੇ ਅੰਦਰ ਵਰਤ ਰਿਹਾ ਹੈ। ਜੈ ਸਤਿਗੁਰ ਕੀ ਕਹਿ ਨਰ ਨਾਰੀ, ਹਰ ਨਰ ਨਾਰੀ ਦੇ ਮੁਖ ਦੇ ਉੱਤੇ ਇੱਕੋ ਸ਼ਬਦ ਹੈ, ਕਲਗੀਧਰ ਜੀਓ ਆਪ ਜੀ ਦੀ ਜੈ ਹੋਵੇ। ਕਲਗੀਧਰ ਸੁਆਮੀ ਦੀ ਜੈਕਾਰ ਜੈਕਾਰ ਜੈਕਾਰ, ਜੈ ਜੈਕਾਰ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਜੈ ਜੈਕਾਰ। ਇਹੀ ਜੈ ਜੈਕਾਰ ਦਾ ਨਾਦ ਸਾਰੇ ਆਨੰਦਪੁਰ ਸਾਹਿਬ ਜੀ ਦੇ ਅੰਦਰ ਗੂੰਜ ਰਿਹਾ ਹੈ। ਖਾਨ ਪਾਨ ਕਰ ਕਰ ਗੁਰਬਾਤੀ, ਖਾਨ ਪਾਨ ਗੁਰਦੇਵ ਕਲਗੀਧਰ ਪਾਤਸ਼ਾਹ ਜੀ ਨੇ ਛਕਿਆ, ਭੋਜਨ ਆ ਗਿਆ, ਰਾਤ ਦਾ ਵੇਲਾ ਸੀ, ਤੋ ਪ੍ਰਸ਼ਾਦਾ ਮਹਾਰਾਜ ਜੀ ਨੇ ਗ੍ਰਹਿਣ ਕੀਤਾ ਹੈ। ਸਗਰੇ ਸੁਪਤ ਜਥਾ ਸੁਖ ਰਾਤੀ, ਸੰਗਤ ਲਈ ਲੰਗਰ ਬਣੇ ਨੇ, ਉਹ ਲੰਗਰਾਂ ਵਿੱਚੋਂ ਜਾ ਕੇ ਸੰਗਤਾਂ ਨੇ ਭੋਜਨ ਛਕੇ ਨੇ, ਸਾਰੇ ਆਪੋ ਆਪਣੇ ਆਸਣਾਂ ਤੇ ਆ ਕੇ ਸੁਖ ਲੈਣ ਲੱਗੇ ਹਨ। ਰਾਤ ਦਾ ਵੇਲਾ, ਆਪੋ ਆਪਣੇ ਆਸਣਾਂ ਦੇ ਉੱਤੇ ਆ ਕੇ ਸੁਖ ਲੈਂਦੇ ਹਨ। ਵੱਡੀ ਪ੍ਰਾਤ ਤੇ ਸਤਿਗੁਰ ਜਾਗੇ, ਵੱਡੀ ਪ੍ਰਾਤ ਯਾਨੀ ਕਿ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਕਲਗੀਧਰ ਸੁਆਮੀ ਸੱਚੇ ਪਾਤਸ਼ਾਹ ਜੀ ਦਾ ਨਿਤਨੇਮ ਹੈ, ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠੇ ਹਨ। ਸੋਚ ਇਸ਼ਨਾਨ ਕਰਨ ਪ੍ਰਭ ਲਾਗੇ, ਸੋਚ ਇਸ਼ਨਾਨ ਸਤਿਗੁਰੂ ਜੀ ਕਰਨ ਲੱਗੇ ਨੇ, ਸਰੀਰ ਦੀ ਕਿਰਿਆ ਸੋਧੀ ਹੈ, ਦਾਤਣ ਕੀਤੀ ਹੈ। ਦਾਤਣ ਕਰਦਿਆਂ ਕਾਫੀ ਸਮਾਂ ਲੱਗ ਜਾਂਦਾ, 15-20 ਮਿੰਟ ਦਾਤਣ ਕਰਕੇ ਉਹਦੇ ਨਾਲ ਦੰਦਾਂ ਦੀ ਮਜ਼ਬੂਤੀ, ਅੱਜ ਕੱਲ ਜਿਵੇਂ ਸਮੇਂ ਬਦਲ ਗਏ ਹਨ, ਤੋ ਦਾਤਣ ਦੀ ਮਰਿਆਦਾ ਵੀ ਰਹਿਤਨਾਮਿਆਂ ਦੇ ਵਿੱਚ ਲਿਖੀ ਹੋਈ ਆਉਂਦੀ ਹੈ ਕਿ ਭਾਈ ਜਿਹੜੀ ਦਾਤਣ ਕਰਨੀ ਹੈ, ਉਹ ਦਾਤਣ ਕਰਨ ਤੋਂ ਬਾਅਦ ਸਿੰਘ ਉਸ ਦਾਤਣ ਨੂੰ ਵਿਚਾਲਿਓਂ ਪਾੜ ਕੇ ਸੁੱਟਦੇ ਐ। ਉਹਦਾ ਕੀ ਕਾਰਨ ਹੁੰਦਾ ਸੀ? ਅੱਜ ਕੱਲ ਤਾਂ ਜਿਵੇਂ ਉਹ ਜੀਭ ਤੇ ਮਾਰਨ ਵਾਲੀਆਂ ਪੱਤਰੀਆਂ ਜੀਆਂ ਮਿਲ ਜਾਂਦੀਆਂ, ਉਹ ਦਾਤਣ ਪਾੜ ਕੇ ਉਹਦਾ ਇੱਕ ਪਾਸਾ ਜਿਹੜਾ ਉਹ ਜੀਭ ਤੇ ਵੀ ਮਾਰ ਲੈਂਦੇ, ਜੀਭ ਸਾਫ਼ ਹੋ ਜਾਂਦੀ। ਆਮ ਕਰਕੇ ਬਹੁਤ ਸਾਰੇ ਧਰਮਾਂ ਦੇ ਕਈ ਵਿਅਕਤੀ ਦਾਤਣ ਜਿਹੜੀ ਸੀ ਉਹ ਥੋੜੀ ਜਿਹੀ ਕਰ ਲੈਣੀ, ਕਰਕੇ ਫਿਰ ਉਹਨਾਂ ਨੇ ਰੱਖ ਛੱਡਣੀ, ਅਗਲੇ ਦਿਨ ਫਿਰ ਉਹ ਕਰ ਲੈਣੀ। ਏਦਾਂ ਇੱਕੋ ਦਾਤਣ ਨਾਲ ਕਈ ਦਿਨ ਕੱਢ ਲੈਂਦੇ ਸੀ। ਮਹਾਰਾਜ ਜੀ ਨੇ ਆਖਿਆ ਸਿੱਖ ਰੋਜ਼ ਨਵੀਂ ਦਾਤਣ ਨੀਤ ਕਰੈ, ਨਿਤ ਨਵੀਂ ਦਾਤਣ ਲਿਆ ਕੇ ਦਾਤਣ ਕਰੇ। ਚਲੋ ਅੱਜ ਕੱਲ ਜਿਵੇਂ ਸਮਾਂ ਬਦਲ ਗਿਆ, ਹੁਣ ਆ ਬੁਰਸ਼ ਵਗੈਰਾ ਕਰੀ ਜਾਂਦੇ ਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੁਬਾਹ ਉੱਠਦੇ ਪਹਿਲਾਂ ਸਰੀਰ ਦੀ ਸੋਚ ਲਈ ਜਦੋਂ ਜਾਂਦੇ ਨੇ ਤੇ ਗੜਵਾ ਲੈ ਕੇ ਜਲ ਦਾ ਸੇਵਾਦਾਰ ਨਾਲ ਹੁੰਦੇ ਨੇ, ਪਾਤਸ਼ਾਹ ਜੀ ਦਾਤਣ ਕਰਦੇ, ਫਿਰ ਦਾਤਣ ਕਰਨ ਤੋਂ ਬਾਅਦ ਇਸ਼ਨਾਨ ਪਾਨ ਕਰਦੇ ਹਨ। ਵਸਤਰ ਸ਼ਸਤਰ ਸਭ ਅੰਗ ਸਜਾਏ, ਮਹਾਰਾਜ ਜੀ ਦਾ ਜੋ ਆਪਣਾ ਨਿਤ ਦੀ ਕਿਰਿਆ ਉਹ ਕਰਨ ਤੋਂ ਬਾਅਦ ਸੋਹਣੇ ਵਸਤਰ ਤੇ ਸ਼ਸਤਰ ਆਪਣੇ ਸਰੀਰ ਤੇ ਸੁਆਮੀ ਜੀ ਨੇ ਸਜਾਏ ਹਨ। ਲੈਨ ਹਾਰ ਜੇ ਧਨ ਗਨ ਆਏ, ਔਰ ਥੋੜੀ ਜੀ ਲੋ ਲੱਗ ਗਈ ਤੇ ਬੜੇ ਜਾਚਕ ਮੰਗਤੇ ਗੁਰਦੇਵ ਦੇ ਚਰਨਾਂ ਚੋਂ ਧਨ ਦਾ ਦਾਨ ਲੈਣ ਵਾਸਤੇ ਪਹੁੰਚ ਗਏ। ਸਭ ਕੋ ਦੀਨਸ ਦਾਨ ਕਨੇਰੇ, ਸਭ ਨੂੰ ਖੁੱਲਾ ਦਾਨ ਦਿੱਤਾ ਗਿਆ। ਹੁਕਮ ਕੀਤਾ ਗੁਰਦੇਵ ਨੇ, ਭਾਈ ਜਿਹੜਾ ਵੀ ਕੋਈ ਲੋੜਵੰਦ ਆਉਂਦਾ ਹੈ ਸਭ ਨੂੰ ਦਾਨ ਦੇ ਕਰਕੇ ਨਿਵਾਜੋ। ਭੱਟ ਕਲਾਵਤ ਢਾਡੀ ਡੋਮ ਜਿਹੜੇ ਸਤਿਗੁਰਾਂ ਦਾ ਜਸ ਕਰਦੇ ਨੇ ਸਭ ਨੂੰ ਧਨ ਦਿੱਤਾ ਹੈ। ਲੈ ਕਰ ਸਭ ਕੇ ਆਨੰਦ ਕਨੇਰੇ, ਸਾਰਿਆਂ ਨੇ ਸਤਿਗੁਰੂ ਜੀ ਪਾਸੋਂ ਦਾਨ ਪ੍ਰਾਪਤ ਕਰਕੇ ਭਾਰੀ ਆਨੰਦ ਮਾਣਿਆ, ਕਿਉਂਕਿ ਗੁਰਦੇਵ ਜਿਸ ਨੂੰ ਵੀ ਦਾਨ ਦਿੰਦੇ ਨੇ, ਗੁਰੂ ਖਾਲਸਾ ਜੀ ਜਿਸ ਨੂੰ ਇੱਕ ਵਾਰੀ ਦਾਨ ਦੇ ਦਿੰਦੇ ਨੇ ਉਹਨੂੰ ਦੁਨੀਆ ਦਾ ਦਾਤਾ ਬਣਾ ਦਿੰਦੇ ਹਨ, ਉਹਨੂੰ ਮੁੜ ਕੇ ਨਹੀਂ ਮੰਗਣਾ ਪੈਂਦਾ। ਇਤਨਾ ਦਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਜੇ ਸਵਾਈ ਜੀ ਵੀ ਚੀਜ਼ ਦਿੰਦੇ ਆ, ਸਵਾਈ
ਮਹਾਰਾਜ ਜੀ ਦੇ ਖਾਲਸੇ ਦੇ ਬੋਲੇ ਦੇ ਵਿੱਚ ਥੋੜੀ ਨੂੰ ਸਵਾਈ ਕਹਿੰਦੇ ਆ। ਥੋੜੀ ਚੀਜ਼ ਵੀ ਦੇਣ ਤਾਂ ਉਹ ਵੀ ਸਵਾਈ ਹੁੰਦੀ ਆ, ਉਹਦੇ ਵਿੱਚ ਵੀ ਬਰਕਤਾਂ ਹੁੰਦੀਆਂ ਮਹਾਰਾਜ ਜੀ ਦੀਆਂ। ਹਾਂਜੀ, ਹੁਕਮ ਜਗ ਕਰ ਬੇਕੋ ਦਇਓ। ਹੁਕਮ ਕੀਤਾ ਸਤਿਗੁਰੂ ਜੀ ਨੇ, ਭਾਈ ਯੱਗ ਕਰੋ। ਯੱਗ ਕਿਹੜਾ? ਭੋਜਨ ਦਾ। ਲੰਗਰ ਛਕਾਓ ਸਾਰੇ ਮਹਾਂਪੁਰਸ਼ਾਂ ਸਾਧੂਆਂ ਨੂੰ ਸੱਦ ਕੇ, ਜਿੰਨੇ ਗੁਰਸਿੱਖ ਨੇ ਸਾਰਿਆਂ ਨੂੰ ਸੱਦਾ ਭੇਜ ਕੇ, ਖਾਲਸੇ ਨੂੰ ਸੱਦ ਕੇ, ਸੂਰਮਿਆਂ ਨੂੰ ਸੱਦ ਕੇ ਸਭ ਨੂੰ ਭੋਜਨ ਛਕਾਓ। ਵੱਡਾ ਬ੍ਰਹਮ ਭੋਜ ਦਾ ਮਤਲਬ ਜਿਹਦੇ ਚ ਸਾਰੇ ਬ੍ਰਹਮ ਦਾ ਮਤਲਬ ਇਹ ਨਹੀਂ ਵੀ ਜਿਹੜੇ ਬ੍ਰਾਹਮਣ ਨੇ ਉਹੀ ਆ ਕੇ ਭੋਜਨ ਛਕ ਸਕਦੇ। ਇਹਦੇ ਅਰਥ ਜਿਹੜੇ ਨੇ ਉਹ ਗਲਤ ਲਾਏ ਗਏ ਵੀ ਬ੍ਰਹਮ ਭੋਜ ਵੀ ਇਹ ਜੀ ਜਿਹੜੇ ਬ੍ਰਾਹਮਣ ਨੇ ਉਹ ਆ ਕੇ ਭੋਜਨ ਛਕਣ। ਬ੍ਰਹਮ ਦਾ ਮਤਲਬ ਹੁੰਦਾ ਵਿਆਪਕ, ਸਾਰੇ ਆ ਕੇ, ਜਿਹਦੇ ਵਿੱਚ ਸਾਧੂ ਮਹਾਤਮਾ ਉਹ ਚਾਹੇ ਕਿਸੇ ਜਾਤੀ ਦੇ ਹੋਣ, ਕਿਸੇ ਧਰਮ ਦੇ ਹੋਣ, ਕਿਸੇ ਮਜ਼ਹਬ ਦੇ ਹੋਣ, ਸਾਰਿਆਂ ਨੂੰ ਬਿਠਾ ਕੇ ਭੋਜਨ ਛਕਾਉਣਾ। ਤੋ ਇਸ ਤਰ੍ਹਾਂ ਦਾ ਯੱਗ ਮਹਾਰਾਜ ਜੀ ਨੇ ਭੋਜਨ ਦਾ ਕੀਤਾ ਹੈ। ਅਨਕ ਆਹਾਰ ਸਨਿਗਧੈ ਭਇਓ। ਹੁਕਮ ਦੇ ਨਾਲ ਸਤਿਗੁਰਾਂ ਦੇ ਅਨੇਕ ਪ੍ਰਕਾਰ ਦੇ ਭੋਜਨ ਤਿਆਰ ਹੋਏ। ਸਨਿਗਧ ਘਿਓ ਵਾਲੇ ਜਿਹੜੇ ਪਦਾਰਥ ਨੇ ਉਹ ਬਣੇ ਹਨ। ਊਪ ਪੂਰ ਕਾ ਬੋ ਪੰਚਾਮ੍ਰਿਤ। ਘਿਓ ਵਾਲੇ, ਸਨਿਗਧ ਘਿਓ ਵਾਲੇ, ਤੇਲ ਵਾਲੇ ਪਦਾਰਥ ਜਿਵੇਂ ਪੂੜੀਆਂ, ਪੂੜੇ, ਕਚੋਰੀਆਂ ਜਿਹੜੀਆਂ ਤਲ ਕੇ ਬਣਾਈਆਂ ਜਾਂਦੀਆਂ ਨੇ ਵਸਤੂਆਂ, ਪਕਵਾਨ, ਉਹ ਤਿਆਰ ਹੋਏ। ਵਿਪਰਸਾਦ ਬੋਲੇ ਪਟ ਜਿਤ ਕਿਤ। ਜਿੰਨੇ ਵੀ ਗੁਰਸਿੱਖ ਸਨ, ਮਹਾਂਪੁਰਸ਼ ਸਨ, ਸਾਧੂ ਸਨ, ਬ੍ਰਹਮ ਨੂੰ ਜਾਣਨ ਵਾਲੇ ਬ੍ਰਾਹਮਣ, ਜਿਹੜੇ ਬ੍ਰਹਮ ਨੂੰ ਜਾਣ ਲੈਣ ਉਹ ਬ੍ਰਾਹਮਣ ਹੈ। ਬ੍ਰਾਹਮਣਾਂ ਦੇ ਘਰੇ ਜੰਮਿਆ ਬ੍ਰਾਹਮਣ ਨਹੀਂ ਹੁੰਦਾ। ਜੋ ਬ੍ਰਹਮ ਨੂੰ ਜਾਣ ਲਵੇ ਉਹ ਬ੍ਰਾਹਮਣ ਹੈ। ਗੁਰਮਤਿ ਦਾ ਇਹ ਸਿਧਾਂਤ ਹੈ। ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਉਹਨਾਂ ਸਾਰਿਆਂ ਨੂੰ ਸੱਦੇ ਭੇਜ ਦਿੱਤੇ ਕਿ ਆਓ ਭਾਈ ਸਾਰੇ ਗੁਰੂ ਕੇ ਲੰਗਰਾਂ 'ਚ ਭੋਜਨ ਛਕੋ। ਮਨ ਭਾਵਤ ਭੋਜਨ ਕੋ ਖਾਇਓ। ਮਨ ਭਾਉਂਦਾ ਸਾਰਿਆਂ ਨੇ ਆ ਕੇ ਭੋਜਨ ਛਕਿਆ ਹੈ। ਅਨਿਕ ਦਾਨ ਸਭ ਇਨ ਕੋ ਪਾਇਓ। ਗੁਰਦੇਵ ਨੇ ਦਾਨ ਵੀ ਦਿੱਤਾ ਸਾਰਿਆਂ ਨੂੰ। ਜਿਹੜੇ ਭੋਜਨ ਛਕਣ ਆਏ ਨਾ ਉਹਨਾਂ ਸਭ ਨੂੰ ਗੁਰਦੇਵ ਨੇ ਦਾਨ ਦੇ ਕੇ ਨਿਵਾਜਿਆ। ਵਿਖ ਉਦਾਰਤਾ ਗੁਰ ਉਰ ਕੇਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹ ਵੱਡੀ ਭਾਰੀ ਉਦਾਰਤਾ ਵੇਖ ਕੇ ਬਿਸਮ ਕੁਬੇਰ ਸੁਮੇਰ ਬਡੇਰੀ। ਜਿਹੜਾ ਧਨ ਦਾ ਦੇਵਤਾ ਕੁਬੇਰ ਹੈ ਨਾ ਉਹ ਵੀ ਹੈਰਾਨ ਹੈ ਕਿ ਮੇਰੇ ਕੋਲ ਵੀ ਇੰਨਾ ਧਨ ਨਹੀਂ ਦਾਨ ਕਰਨ ਨੂੰ ਜਿੰਨਾ ਕਲਗੀਧਰ ਜੀ ਕਰ ਰਹੇ ਨੇ। ਉਹ ਵੀ ਹੈਰਾਨ ਹੈ ਮਹਾਰਾਜ ਜੀ ਦੀ ਉਦਾਰਤਾ ਨੂੰ ਵੇਖ ਕੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿੰਨਾ ਭਾਰੀ ਦਾਨ ਜੀਵਾਂ ਨੂੰ ਦੇ ਰਹੇ ਨੇ। ਜੇ ਰੁਖ ਕਰ ਇਤ ਕੋ ਬਲ ਧਰੈ। ਜੇ ਰੁਖ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਤੇ ਵੀ ਆਪਣਾ ਹੱਥ ਧਰਦੇ ਹਨ। ਹਮ ਕੋ ਲਟ ਬਾਂਟ ਬੋ ਕਰੈ। ਹਮ ਕੋ ਲਟ ਬਾਂਟ ਬੋ ਕਰੈ। ਹਮ ਕੋ ਲੂਟ ਕਹਿੰਦੇ ਉਹ ਵੇਖ ਕੇ ਨਾ ਕੁਬੇਰ ਵੀ ਡਰਿਆ ਹੋਇਆ, ਸਹਿਮਿਆ ਹੋਇਆ ਵੀ ਇਹ ਸਾਰਾ ਕੁਝ ਦਾਨ ਕਰਕੇ ਕਿਤੇ ਗੁਰੂ ਸਾਹਿਬ ਮੈਨੂੰ ਵੀ ਨਾ ਲੁੱਟ ਲੈਣ ਤੇ ਮੈਨੂੰ ਲੁੱਟ ਕੇ ਮੇਰਾ ਜਿੰਨਾ ਧਨ ਹੈ ਉਹ ਵੀ ਖੋਹ ਕੇ ਕਿਤੇ ਆਖਣਾ ਵੀ ਮੈਂ ਦੇਣ ਲੱਗਾ ਆਪਣੇ ਸਿੱਖਾਂ ਨੂੰ, ਆਪਣੇ ਸੇਵਕਾਂ ਨੂੰ। ਕਿਉਂਕਿ ਧਨ ਦਾ ਦੇਵਤਾ ਮੰਨਿਆ ਕੁਬੇਰ ਕਿਹਾ ਜਾਂਦਾ ਹੈ। ਇਹ ਪੁਰਾਣਾਂ ਦੀ ਕਥਾ ਹੈ। ਉਹ ਇੱਕ ਉਦਾਹਰਣ ਨਹੀਂ ਜਿਵੇਂ ਲੈਂਦੇ ਕਾਵ ਰਸ ਦੇ ਵਿੱਚ ਭਾਈ ਸਾਹਿਬ ਨੇ ਇਦਾਂ ਲਈ ਹੈ। ਉਹਨੂੰ ਵੀ ਡਰ ਪਿਆ ਹੋਇਆ ਵੀ ਕਿਤੇ ਸਾਡੀਆਂ ਪੁਰੀਆਂ ਵੀ ਖੋ ਕੇ ਸਤਿਗੁਰੂ ਜੀ ਆਪਣੇ ਸੇਵਕਾਂ ਨੂੰ ਦਾਨ ਨਾ ਕਰ ਦੇਣ। ਬ੍ਰਿੰਦੇ ਅਸ਼ਰਫੀ ਕਨੇ ਰਜਤ ਪਨ। ਪਤਾ ਨਹੀਂ ਕਿੰਨੀਆਂ ਕਾ ਸ਼ਰਫੀਆਂ, ਕਿੰਨੇ ਕ ਚਾਂਦੀ ਦੇ ਰੁਪਈਏ। ਜਾਚਕ ਕਰੇ ਨਿਹਾਲ ਅਨਿਕ ਗਨ। ਜਾਚਕਾਂ ਨੂੰ ਦੇ ਕਰਕੇ ਤਿਨਾਂ ਨੂੰ ਨਿਹਾਲ ਕੀਤਾ ਹੈ ਸਤਿਗੁਰੂ ਜੀ ਨੇ। ਦਾਨ ਦੇਖ ਬਿਸਮਤ ਨਰ ਨਾਰੀ। ਜਿਤਨੇ ਨਰ ਨਾਰੀਆਂ ਨੇ ਸਭ ਦਾਨ ਵੇਖ ਕੇ ਹੈਰਾਨ ਹਨ। ਭਇਓ ਕੁਲਾਲਪੁਰ ਮੈਂ ਭਾਰੀ। ਸਾਰੇ ਨਗਰ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਅੰਦਰ ਭਾਰੀ ਕੁਲਾਹਲ ਹੋ ਰਿਹਾ ਹੈ। ਦਿਜ ਕੇਸ਼ਵ ਤਬ ਨਹੀਂ ਬੁਲਾਇਓ। ਕੇਸ਼ੋਦਾਸ ਦੌੜ ਗਿਆ ਸੀ ਉਦੋਂ ਜਦੋਂ ਮਹਾਰਾਜ ਜੀ ਨੇ ਅਕਾਲ ਪੁਰਖ ਨੂੰ ਪ੍ਰਗਟ ਕੀਤਾ, ਸ਼ਕਤੀ ਨੂੰ ਪ੍ਰਗਟ ਕੀਤਾ। ਕੇਸ਼ੋਦਾਸ ਦੌੜ ਗਿਆ ਸੀ ਉਦੋਂ ਪਹਿਲਾਂ ਹੀ ਆਪਣਾ ਪਖੰਡ ਉਗੜਦਾ ਵੇਖ ਕੇ। ਉਹ ਹੈ ਆਨੰਦਪੁਰ ਸਾਹਿਬ ਹੀ ਸੀ, ਉਹ ਗਿਆ ਨਹੀਂ ਸੀ ਕਿਤੇ, ਉਦਾਂ ਲੁਕ ਗਿਆ ਸੀ। ਕੇਸ਼ੋਦਾਸ ਨੇ ਇਸ ਗੱਲ ਦਾ ਬੜਾ ਰੰਜ ਮਨਾਇਆ ਵੀ ਮੈਂ ਇੰਨੇ ਮਹੀਨੇ ਹੋ ਗਏ ਨੇ ਇੱਥੇ ਯੱਗ ਪਿਆ ਕਰਨਾ, ਇੰਨੀ ਮੈਂ ਘਾਲਣਾ ਘਾਲੀ ਹੈ ਵੀ ਤੂੰ ਕਿਹੜਾ ਫਰੀ ਬੈਠਾ। 1.25 ਲੱਖ ਰੁਪਈਆ ਗੁਰੂ ਸਾਹਿਬ ਕੋਲੋਂ ਭੇਟਾ ਲੈਣ ਨੂੰ ਕਿਹਾ ਸੀ, ਲੱਖ ਰੁਪਈਆ ਮੈਂ ਲੈਣੀ ਹੈ।
ਤੂੰ ਏਦਾਂ ਸਮਝ ਰਿਹਾ ਵੀ ਮੈਂ ਖਰੇ ਕਿੰਨਾ ਕਿਸਾਨ ਕੀਤਾ। ਉਹ ਬੈਠਾ ਘਰ ਦੇ ਵਿੱਚ ਝੂਰੀ ਜਾਵੇ ਵੀ ਗੁਰੂ ਸਾਹਿਬ ਨੇ ਸਾਰਿਆਂ ਨੂੰ ਸੱਦਿਆ, ਆਪਣੇ ਸਿੱਖਾਂ ਨੂੰ, ਸੇਵਕਾਂ ਨੂੰ, ਆਪਣੇ ਸੂਰਮਿਆਂ ਨੂੰ, ਸਭ ਨੂੰ ਸੱਦ ਕੇ ਭੋਜਨ ਛਕਾ ਰਹੇ ਨੇ। ਹੋਰ ਕਿੰਨੇ ਸਾਧੂ ਮਹਾਤਮਾ ਵੀ ਆਏ ਨੇ, ਮੈਨੂੰ ਬੁਲਾਇਆ ਹੀ ਨਹੀਂ ਉਹਨਾਂ ਨੇ। ਕੇਸ਼ੋ ਦਾਸ ਨੇ ਇਸ ਗੱਲ ਦਾ ਬੜਾ ਗੁੱਸਾ ਮਨਾਇਆ। ਬਿਦਤਨ ਸਮੇਂ ਜੋ ਠਕਾਰੇ ਆਇਓ। ਜਦੋਂ ਮਹਾਰਾਜ ਜੀ ਦੀ ਆਦ ਸ਼ਕਤੀ ਨੇ ਪ੍ਰਗਟ ਹੋਣਾ ਸੀ, ਉਸ ਵੇਲੇ ਕੇਸ਼ੋ ਦਾਸ ਪਹਿਲਾਂ ਹੀ ਦੌੜ ਆਇਆ ਸੀ, ਭੱਜ ਕੇ ਡਰ ਕੇ। ਤਿਨ ਸੁਨ ਅਧਿਕ ਰੂਸ ਬੋਲੀਨਾ। ਉਹਨੇ ਬੜਾ ਰੋਸ ਕੀਤਾ, ਮਨ ਵਿੱਚ ਬੜਾ ਗੁੱਸਾ ਮਨਾਇਆ ਇਸ ਗੱਲ ਦਾ ਵੀ ਜੇ ਤੈਨੂੰ ਨਹੀਂ ਸੱਦਿਆ ਤੇ ਤੂੰ ਆਪੇ ਪਹੁੰਚ ਜਾ ਉੱਥੇ। ਗੁਰੂ ਸਾਹਿਬ ਨੇ ਤਾਂ ਸਾਰਿਆਂ ਨੂੰ ਕਿਹਾ ਵੀ ਲੰਗਰ ਲੱਗਣਾ, ਬ੍ਰਹਮ ਭੋਜ ਆ ਜਾਓ ਸਾਰੇ, ਵੀ ਤੂੰ ਕੋਈ ਚੇਚੇ ਤੌਰ ਤੇ ਥੋੜੀ ਤੈਨੂੰ ਸੱਦਾ ਪੱਤਰ ਨਿਆਉਂਦਾ ਲਿਖ ਕੇ ਭੇਜਣਾ ਸੀ ਵੀ ਆਓ ਕੇਸ਼ੋ ਦਾਸ ਜੀ, ਵੀ ਤੈਨੂੰ VIP ਪਾਸ ਦੇਣਾ ਸੀ ਪਹਿਲਾਂ, ਵੀ ਆ ਤੂੰ ਪਹਿਲਾਂ ਬਹਿ ਜਾ। ਸਤਿਗੁਰੂ ਜੀ ਲਈ ਤਾਂ ਸਾਰੇ ਸਮਾਨ ਨੇ, ਕੋਈ ਮਹਾਤਮਾ ਸਾਧੂ ਲੰਗਰ ਵਿੱਚ ਆ ਜੇ ਸਭ ਨੂੰ ਛਕਾਉਣਾ। ਤੇ ਪਰ ਇਹਨੇ ਆਪਣੇ ਮਨ 'ਚ ਰੋਸ ਜਿਹਾ ਕੀਤਾ ਹੋਇਆ ਕਿ ਮੈਨੂੰ ਗੁਰੂ ਸਾਹਿਬ ਜੀ ਨੇ ਨਹੀਂ ਬੁਲਾਇਆ। ਮੋਏ ਨਾ ਹਕਾਰਿਓ ਇਹ ਕਿਆ ਕੀਨਾ। ਕਹਿੰਦੇ ਵੀ ਮੈਨੂੰ ਬੁਲਾਇਆ ਹੀ ਨਹੀਂ, ਗੁਰੂ ਜੀ ਨੇ ਆਹ ਕੀ ਕੀਤਾ। ਸ਼੍ਰੀ ਅੰਤਰਜਾਮੀ ਸਭ ਜਾਨੀ। ਕਲਗੀਧਰ ਅੰਤਰਜਾਮੀ ਜੀ ਜਾਣੀ ਜਾਣਗੇ ਵੀ ਕੇਸ਼ੋ ਦਾਸ ਮਨ 'ਚ ਏਦਾਂ ਸੋਚ ਰਿਹਾ ਸਾਡੇ ਬਾਰੇ ਵੀ ਗੁਰੂ ਸਾਹਿਬ ਨੇ ਮੈਨੂੰ ਬੁਲਾਇਆ ਨਹੀਂ, ਤੇ ਉਹ ਆਪਣੇ ਮਨ 'ਚ ਰੋਸਾ ਕਰੀ ਬੈਠਾ। ਜਾਣੀ ਜਾਣ ਸਤਿਗੁਰੂ ਜੀ ਜਾਣ ਗਏ। ਨੰਦ ਚੰਦ ਸੋ ਗਿਰਾ ਬਖਾਨੀ। ਮਹਾਰਾਜ ਜੀ ਨੇ ਆਪਣੇ ਦੀਵਾਨ ਨੰਦ ਚੰਦ ਜੀ ਨੂੰ ਹੁਕਮ ਕੀਤਾ, ਨੰਦ ਚੰਦ ਜੀ ਜਾਓ, ਜਾ ਕੇ ਕੇਸ਼ੋ ਦਾਸ ਨੂੰ ਸੱਦ ਲਿਆਓ। ਅਬ ਪੰਡਤ ਕੋ ਆਨ ਹਕਾਰੀ। ਤੇ ਪੰਡਤ ਨੂੰ ਸੱਦ ਲਿਆਓ ਸਾਡੇ ਕੋਲ ਤੇ ਉਹਨੂੰ ਆਖਿਓ ਅਸ ਕਹੋ ਬਿਸਰ ਗਇਓ ਤਿਸ ਬਾਰੀ। ਕਿ ਪੰਡਤ ਜੀ ਤੁਹਾਡੇ ਬਾਰੇ ਤਾਂ ਭੁੱਲ ਹੀ ਗਏ ਸੀ ਵੀ ਤੁਸੀਂ ਵੀ ਇੱਥੇ ਹੋ। ਅਸੀਂ ਤੇ ਆਖਿਆ ਸੀ ਵੀ ਤੁਸੀਂ ਚਲੇ ਗਏ ਹੋ, ਕਿਤੇ ਲੁਕ ਛਿਪ ਗਏ ਹੋ, ਮੁੜ ਕੇ ਦਿਸੇ ਨਹੀਂ, ਤੇ ਤੁਸੀਂ ਇੱਥੇ ਹੀ ਹੋਏ, ਸਾਨੂੰ ਪਤਾ ਹੀ ਨਹੀਂ ਸੀ, ਭੁੱਲ ਗਏ ਸੀ ਅਸੀਂ ਤੁਹਾਨੂੰ ਸੱਦਾ ਦੇਣਾ। ਇੱਥੋਂ ਇਹ ਪਤਾ ਲੱਗਦਾ ਕਿ ਕੇਸ਼ੋ ਦਾਸ ਨੂੰ ਮਹਾਰਾਜ ਜੀ ਨੇ ਕੋਈ ਅਹਿਮੀਅਤ ਨਹੀਂ ਦਿੱਤੀ। ਕਲਗੀਧਰ ਪਾਤਸ਼ਾਹ ਜੀ ਦਾ ਇਹ ਆਪਣਾ ਚੋਜ ਸੀ ਜੋ ਮਹਾਰਾਜ ਜੀ ਨੇ ਵਰਤਾਇਆ, ਔਰ ਇਹਦਾ ਜ਼ਿਕਰ ਗੁਰਦੇਵ ਨੇ ਆਪਣੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਵੀ ਕੀਤਾ। ਅੱਗੇ ਉਹ ਕਥਾ ਆ ਜਾਣੀ ਹੈ ਜਦੋਂ ਮਹਾਰਾਜ ਜੀ ਨੇ ਲਿਖੇ ਜੋ ਕਿਛ ਲੇਖ ਲਿਖਿਓ ਬਿਦਨਾ ਸੋਈ ਪਾਇਤ ਮਿਸ਼ਰ ਜੂ ਸ਼ੋਕ ਨਿਵਾਰੋ ਹਮਾਰੋ ਕਿਛੋ ਅਪਰਾਧ ਨਹੀਂ ਗੋ ਯਾਦ ਤੇ ਭੂਲ ਨਾ ਕੋਪ ਚਿਤਾਰੋ। ਇਹ ਬਚਨ ਦਸਮ ਗ੍ਰੰਥ ਸਾਹਿਬ ਚ ਮਹਾਰਾਜ ਜੀ ਨੇ ਖਾਲਸੇ ਮਹਿਮਾ ਦੇ ਸ਼ਬਦਾਂ ਵਿੱਚ ਲਿਖੇ ਨੇ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨੰਦ ਚੰਦ ਜੀ ਨੂੰ ਕਿਹਾ ਕਿ ਨੰਦ ਚੰਦ ਜੀ ਤੁਸੀਂ ਜਾਓ ਔਰ ਜਾ ਕਰਕੇ ਕੇਸ਼ੋ ਦਾਸ ਨੂੰ ਕਹੋ ਵੀ ਤੁਸੀਂ ਵੀ ਆ ਜਾਓ ਭੋਜਨ ਛਕਣ। ਤੇ ਇਹ ਵੀ ਆਖਿਓ ਵੀ ਗੁਰੂ ਸਾਹਿਬ ਭੁੱਲ ਗਏ ਸਨ ਤੁਹਾਨੂੰ ਬੁਲਾਉਣਾ, ਸਾਨੂੰ ਨਹੀਂ ਸੀ ਪਤਾ ਵੀ ਤੁਸੀਂ ਇੱਥੇ ਹੀ ਹੋ। ਅਸੀਂ ਸੋਚਿਆ ਵੀ ਕਿਤੇ ਉੱਥੋਂ ਲੁਕ ਛਿਪ ਕੇ ਦੌੜ ਗਏ ਹੋਣਗੇ, ਭੱਜ ਗਏ ਹੋਣਗੇ, ਤੇ ਤੁਸੀਂ ਇੱਥੇ ਹੀ ਜੇ, ਤੇ ਪਰ ਭੁੱਲ ਗਏ ਤੁਹਾਨੂੰ ਬੁਲਾਉਣਾ। ਸੁਨ ਕਰ ਹੁਕਮ ਗੁਰੂ ਕੋ ਐਸੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਹੁਕਮ ਜਦੋਂ ਕੇਸ਼ੋ ਦਾ ਭਾਈ ਨੰਦ ਚੰਦ ਜੀ ਨੇ ਸੁਣਿਆ, ਤੈ ਗਮਨਿਓ ਜੈ ਪੰਡਤ ਬੈਸੋ। ਤੇ ਪੰਡਤ ਕੇਸ਼ੋ ਦਾਸ ਨੂੰ ਰਿਹਾਇਸ਼ ਦਿੱਤੀ ਹੋਈ ਸੀ, ਪਿਛਲੇ 10-11 ਮਹੀਨਿਆਂ ਤੋਂ ਰਹਿ ਰਿਹਾ ਸੀ ਜਿੱਥੇ, ਉੱਥੇ ਨੰਦ ਚੰਦ ਜੀ ਗਏ ਪੰਡਤ ਦੇ ਕੋਲ। ਤਿਜਜੂ ਸਤਗੁਰ ਤੁਮੇ ਹਕਾਰਾ। ਆਖਿਆ ਪੰਡਤ ਜੀ ਸਤਿਗੁਰੂ ਕਲਗੀਧਰ ਜੀ ਨੇ ਤੁਹਾਨੂੰ ਸੱਦਿਆ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੁਹਾਨੂੰ ਬੁਲਾਇਆ। ਸਹਿਤ ਦਛਨਾ ਲਿਓ ਆਹਾਰਾ। ਚਲੋ ਚੱਲ ਕੇ ਤੁਸੀਂ ਵੀ ਭੋਜਨ ਛਕ ਲਓ। ਮਹਾਰਾਜ ਜੀ ਦਾ ਭੋਜਨ ਵਰਤ ਰਿਹਾ, ਲੰਗਰ ਵਰਤ ਰਿਹਾ, ਗੁਰਸਿੱਖ ਛਕ ਹਟੇ ਨੇ, ਮਹਾਰਾਜ ਜੀ ਦੇ ਸੇਵਕ ਛਕ ਹਟੇ ਨੇ, ਤੇ ਤੁਸੀਂ ਵੀ ਚਲੋ ਚੱਲ ਕੇ ਛਕ ਲਓ। ਵਿਪਰ ਕਯੋ ਅਬ ਹੋਣੇ ਜਾਵੋ। ਇਹ ਅੱਗੋਂ ਖਿਜਿਆ ਬੈਠਾ ਸੀ, ਰੁੱਸਿਆ ਹੋਇਆ, ਕਹਿੰਦਾ ਜੀ ਮੈਂ ਨਹੀਂ ਹੁਣ ਜਾਣਾ। ਨਹੀਂ ਸੋ ਭੋਜਨ ਮੁਖ ਮੈਂ ਪਾਵੋ। ਤੇ ਨਾ ਹੀ ਮੈਂ ਹੁਣ ਉੱਥੇ ਜਾ ਕੇ ਭੋਜਨ ਆਪਣੇ ਮੁਖ ਵਿੱਚ ਪਾਉਣਾ। ਪ੍ਰਥਮ ਵਿਪਰ ਸਿੱਖ ਸਾਧ ਜੀਵਾਏ। ਗੁਰੂ ਸਾਹਿਬ ਨੇ ਪਹਿਲਾਂ ਹੋਰ ਬਹੁਤ ਸਾਰੇ ਸਾਧੂਆਂ ਸਿੱਖਾਂ ਨੂੰ ਤੇ ਹੋਰ ਬਹੁਤ ਸਾਰੇ ਜਿਹੜੇ ਬ੍ਰਾਹਮਣ ਵੀ ਹਨ ਉਹਨਾਂ ਨੂੰ ਵੀ ਮਹਾਰਾਜ ਜੀ ਨੇ ਪੰਗਤ 'ਚ ਬਿਠਾ ਕੇ ਭੋਜਨ ਛਕਾਇਆ। ਪਾਛੇ ਤੇ ਮੁਝ ਬੋਲ ਪਠਾਏ। ਮੈਨੂੰ ਬਾਅਦ ਵਿੱਚ ਸੱਦਾ ਭੇਜਿਆ, ਮੈਨੂੰ ਵੀ ਪਹਿਲਾਂ ਸੱਦ ਦੇ। ਬਾਕੀ ਸਾਰਿਆਂ ਨੂੰ ਸੱਦੇ ਦੇ ਕੇ ਬੁਲਾਇਆ, ਜਿੰਨੇ ਵੀ ਸਿੱਖ ਸਾਧੂ ਮਹਾਤਮਾ ਸਾਰਿਆਂ ਨੂੰ ਸੱਦੇ ਦਿੱਤੇ ਐ, ਮੈਨੂੰ ਕਿਉਂ ਨਹੀਂ ਸੱਦਾ ਦਿੱਤਾ? ਮੈਨੂੰ ਪਹਿਲਾਂ ਕਿਉਂ ਨਹੀਂ ਸੱਦਾ ਭੇਜ ਕੇ ਬੁਲਾਇਆ?
ਮੈਂ ਨਹੀਂ ਹੁਣ ਬਾਅਦ ਵਿੱਚ ਉਹਨਾਂ ਦਾ ਝੂਠਾ ਖਾਣਾ। ਉਹ ਪਹਿਲਾਂ ਖਾ ਹਟੇ ਨੇ, ਹੁਣ ਜਿਹੜਾ ਪਿੱਛੇ ਬਚਿਆ ਹੁਣ ਮੈਂ ਖਾਵਾਂ ਜਾ ਕੇ। ਕਹਿੰਦਾ ਮੈਂ ਨਹੀਂ ਖਾਣਾ, ਮੈਂ ਬੜਾ ਉੱਤਮ ਜਾਤੀ ਦਾ ਬ੍ਰਾਹਮਣ ਹਾਂ। ਸਹੇ ਨ ਜਾਏ ਵਿਪਰੀਤ ਬਡੇਰੀ। ਇਹ ਬੜੀ ਵਿਪਰੀਤ ਬਿਰਤੀ ਆ, ਮੇਰੇ ਕੋਲੋਂ ਇਹ ਨਹੀਂ ਸਹੀ ਜਾਂਦੀ। ਉਤੋਂ ਮੁਖਿਆ ਸੁਧ ਨੈ ਤਿਸ ਕੇਰੀ। ਜਿਹੜੇ ਹੋਰ ਕਈ ਬ੍ਰਾਹਮਣ ਗੁਰੂ ਸਾਹਿਬ ਦੇ ਲੰਗਰਾਂ ਵਿੱਚ ਉੱਥੇ ਗਏ ਨੇ ਭੋਜਨ ਛਕਣ, ਮੈਂ ਉਹਨਾਂ ਸਾਰਿਆਂ ਚੋਂ ਮੁਖੀ ਸੀ ਤੇ ਮੈਨੂੰ ਬੁਲਾਇਆ ਹੀ ਨਹੀਂ, ਮੈਨੂੰ ਖਬਰ ਵੀ ਨਹੀਂ ਦਿੱਤੀ। ਕਰਮ ਜੇ ਉੱਤਮ ਜਗਤ ਮਝਾਰੀ। ਇਸ ਜਗਤ ਦੇ ਵਿੱਚ ਜਿਹੜੇ ਉੱਤਮ ਕਰਮ ਹਨ, ਸਰਬ ਵਿਖੇ ਹਮ ਰਹਿਤੇ ਆਗਾਰੀ। ਪੂਰੇ ਸੰਸਾਰ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਕੋਈ ਚੰਗਾ ਕਰਮ ਹੁੰਦਾ ਹੈ ਜਾਂ ਕੋਈ ਯੱਗ ਹੁੰਦਾ ਹੈ, ਸਭ ਤੋਂ ਪਹਿਲਾਂ ਸਾਨੂੰ ਸੱਦਿਆ ਜਾਂਦਾ ਹੈ। ਸਭ ਤੋਂ ਪਹਿਲਾਂ ਮੇਰੇ ਵਰਗੇ ਜਿਹੜੇ ਉੱਚ ਜਾਤੀ ਦੇ ਬ੍ਰਾਹਮਣ ਨੇ, ਵਿਸ਼ੇਸ਼ ਬ੍ਰਾਹਮਣ ਨੇ, ਉਹ ਬੁਲਾਏ ਜਾਂਦੇ ਨੇ। ਤੇ ਗੁਰੂ ਜੀ ਨੇ ਤਾਂ ਸਾਡੀ ਕੋਈ ਪਰਵਾਹ ਹੀ ਨਹੀਂ ਕੀਤੀ। ਗੁਰੂ ਸਾਹਿਬ ਨੇ ਅੱਗੇ ਸਾਰੇ ਬਚਨ ਖੋਲ ਦੇਣੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪੰਡਤ ਜੀ ਸਾਡੇ ਵਾਸਤੇ ਤਾਂ ਸਾਡੇ ਸਿੱਖ ਹੀ ਨੇ ਸਭ ਕੁਝ। ਬਾਕੀ ਤੁਹਾਡੇ ਵਰਗੇ ਬ੍ਰਾਹਮਣ ਹੋਣ, ਕੋਈ ਹੋਵੇ, ਬੜਾ ਵੱਡਾ ਉੱਚਾ ਹੀ ਕਿਉਂ ਨਾ ਹੋਵੇ, ਸਭ ਬਾਅਦ ਵਿੱਚ, ਪਹਿਲਾਂ ਮੈਨੂੰ ਮੇਰੇ ਸਿੱਖ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੋ ਇਹ ਮਹਾਰਾਜ ਜੀ ਨੇ ਵਿਖਾਣਾ ਸੀ, ਦੱਸਣਾ ਵੀ ਸੀ ਉਸ ਵੇਲੇ ਦੇ ਬ੍ਰਾਹਮਣ ਸਮਾਜ ਨੂੰ, ਕਿਉਂਕਿ ਬ੍ਰਾਹਮਣ ਮਹਾਰਾਜ ਜੀ ਤੇ ਇਦਾਂ ਆ ਕੇ ਬਚਨ ਵੀ ਕਰਦੇ ਸੀ ਵੀ ਗੁਰੂ ਸਾਹਿਬ ਸਾਨੂੰ ਤੁਸੀਂ ਦਾਨ ਪੁੰਨ ਨਹੀਂ ਕਰਦੇ, ਅਸੀਂ ਛਤਰੀਆਂ ਕੋਲੋਂ ਦਾਨ ਲੈ ਕੇ ਸਾਡਾ ਰੋਜੀ ਰੋਟੀ ਦਾ ਪ੍ਰਬੰਧ ਚੱਲਦਾ, ਤੇ ਸਾਡਾ ਹੁਣ ਦਾਨ ਤੁਸੀਂ ਬੰਦ ਹੀ ਕਰ ਛੱਡਿਆ। ਤੇ ਕਲਗੀਧਰ ਜੀ ਨੇ ਆਖਿਆ ਵੀ ਸਾਡਾ ਦਾਨ ਤਾਂ ਸਾਡੇ ਸਿੱਖਾਂ ਨੂੰ ਦਿੱਤਾ ਹੀ ਫਲੀਭੂਤ ਹੁੰਦਾ। ਉਹ ਵੀ ਬਚਨ ਅੱਗੇ ਉਚਾਰਨ ਕਰਨੇ ਆ ਸਤਿਗੁਰਾਂ ਨੇ। ਉਹ ਇਹ ਦਸਮ ਬਾਣੀ ਦੇ ਵਿੱਚ ਬਚਨ ਖਾਲਸੇ ਦੀ ਮਹਿਮਾ ਦੇ ਵਿੱਚ ਦਰਜ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਰੇ ਹੁਣ ਇਹ ਰੁੱਸਿਆ ਹੋਇਆ ਕਹਿ ਰਿਹਾ, ਕਹਿਣ ਲੱਗਾ ਸਾਰੇ ਜਗਤ ਦੇ ਵਿੱਚ ਜਿੰਨੇ ਵੀ ਉੱਤਮ ਕਰਮ ਹੁੰਦੇ ਨੇ ਉਹਦੇ ਵਿੱਚ ਅਸੀਂ ਸਾਰਿਆਂ ਤੋਂ ਮੂਹਰੇ ਹੋ ਕੇ ਰਹਿੰਦੇ ਆ, ਤੇ ਗੁਰੂ ਜੀ ਨੇ ਸਾਨੂੰ ਪਿੱਛੇ ਕਰ ਛੱਡਿਆ। ਅਬ ਪਛਤਾਤੀ ਕਿਮਨੇ ਜਾਓ। ਤੇ ਹੁਣ ਸਾਨੂੰ ਪਿੱਛੇ ਕਰ ਦਿੱਤਾ, ਤੇ ਮੈਂ ਹੁਣ ਸਭ ਤੋਂ ਪਿੱਛੇ ਉਹਨਾਂ ਤੋਂ ਕੋਲ ਕਿਵੇਂ ਜਾਵਾਂ। ਅਚਨ ਅਸਨ ਬ੍ਰਹਮਤ ਲਜਾਓ। ਜੇ ਮੈਂ ਹੁਣ ਜਾ ਕੇ ਭੋਜਨ ਛਕਦਾ ਤੇ ਮੇਰਾ ਤਾਂ ਬ੍ਰਾਹਮਣਪੁਣਾ ਲਜਾਇਮਾਨ ਹੋਵੇਗਾ, ਲੋਕਾਂ 'ਚ ਗੱਲ ਫੈਲੇਗੀ, ਤੇ ਜਿਹੜੇ ਲੋਕ ਮੈਨੂੰ ਪਹਿਲਾਂ ਸਾਰੇ ਤੋਂ ਬੁਲਾਉਂਦੇ ਨੇ ਉਹ ਵੀ ਆਖਣਗੇ ਵੀ ਗੁਰੂ ਜੀ ਨੇ ਵੀ ਤੈਨੂੰ ਬਾਅਦ 'ਚ ਸੱਦਿਆ ਸੀ, ਅਸੀਂ ਵੀ ਬਾਅਦ 'ਚ ਸੱਦਿਆ ਕਰਾਂਗੇ। ਮੇਰੀ ਤਾਂ ਇੱਜ਼ਤ ਖਤਮ ਹੋ ਜਾਏਗੀ, ਮੇਰਾ ਤਾਂ ਬ੍ਰਾਹਮਣ ਤਵ ਜਿਹੜਾ ਹੈ ਉਹ ਲਜਾਇਮਾਨ ਹੋਵੇਗਾ। ਨਿਜ ਗੁਰ ਟਿਗ ਕਈਏ ਅਰਦਾਸਾ। ਆਨੰਦ ਚੰਦ ਜੀ ਤੁਸੀਂ ਗੁਰੂ ਜੀ ਦੇ ਕੋਲ ਜਾਓ ਔਰ ਉਹਨਾਂ ਦੇ ਕੋਲ ਜਾ ਕੇ ਮੇਰੇ ਵੱਲੋਂ ਅਰਦਾਸ ਕਰ ਦਿਓ, ਬੇਨਤੀ ਕਰ ਦਿਓ। ਤਿਜਨੇ ਆਏ ਤੁਮਰੇ ਪਾਸਾ। ਇਹ ਆਖ ਦਿਓ ਗੁਰੂ ਜੀ ਨੂੰ ਕਿ ਮਹਾਰਾਜ ਕੇਸ਼ੋਦਾਸ ਜੀ ਨਹੀਂ ਆਉਂਦੇ ਆਪ ਜੀ ਦੇ ਪਾਸ, ਉਹ ਨਾਰਾਜ਼ ਹਨ, ਉਹ ਨਹੀਂ ਆਉਂਦੇ ਆਪ ਜੀ ਦੇ ਕੋਲ, ਏਦਾਂ ਜਾ ਕੇ ਕਹਿ ਦਿਓ। ਸੁਨ ਕੈ ਆਨੰਦ ਚੰਦ ਕੈ ਬਾਣੀ। ਦੀਵਾਨ ਆਨੰਦ ਚੰਦ ਜੀ ਬੋਲੇ, ਕਹਿਣ ਲੱਗੇ ਕੇਸ਼ੋਦਾਸ ਜੀ ਸੁਣੋ। ਧੀਰਜ ਧਰਿਏ ਤੁਮ ਗੁਣ ਖਾਨੀ। ਧੀਰਜ ਰੱਖੋ ਪੰਡਤ ਜੀ, ਉਹ ਤੁਸੀਂ ਵਿਦਵਾਨ ਹੋ, ਤੇ ਆਪਣੇ ਹਿਰਦੇ 'ਚ ਧੀਰਜ ਰੱਖੋ, ਗੁਣਾਂ ਦੀ ਖਾਨ ਬਣੋ। ਤਜੋ ਕੋਪ ਤਬ ਰਹੇ ਨ ਯਾਦੂ। ਗੁੱਸਾ ਕਰਨ ਦੀ ਕੀ ਲੋੜ ਹੈ, ਗੁਰੂ ਸਾਹਿਬ ਨੂੰ ਯਾਦ ਨਹੀਂ ਰਹੇ, ਤੁਸੀਂ ਨਹੀਂ ਚੇਤੇ ਆਇਆ, ਤੁਸੀਂ ਉੱਥੋਂ ਪਹਿਲਾਂ ਦੌੜ ਭੱਜ ਗਏ ਸੀ, ਦੇਵੀ ਪ੍ਰਗਟ ਹੋਣ ਤੋਂ ਪਹਿਲਾਂ ਹੀ, ਚੰਡੀ ਪ੍ਰਗਟ ਹੋਣ ਤੋਂ ਪਹਿਲਾਂ ਹੀ, ਤੇ ਨਹੀਂ ਯਾਦ ਰਿਹਾ ਤੁਹਾਡੇ ਬਾਰੇ ਵੀ ਤੁਸੀਂ ਕਿੱਥੇ ਸੀ ਕਿੱਥੇ ਨਹੀਂ, ਤੇ ਹੁਣ ਤੁਸੀਂ ਕਿਸ ਗੱਲ ਦਾ ਗੁੱਸਾ ਕਰਦੇ ਹੋ। ਇਹ ਰੋਸ ਛੱਡੋ, ਕਿਉਂਕਿ ਜਿਹੜੀ ਗੱਲ ਉਦਾਂ ਸਿਮਰਤੀ ਚੋਂ ਨਿਕਲ ਜਾਣ ਬੁੱਝ ਕੇ ਕਰੇ ਕੋਈ ਗੱਲ ਵੱਖਰੀ ਹੁੰਦੀ ਹੈ। ਗੁਰੂ ਪਾਤਸ਼ਾਹ ਕਹਿ ਰਹੇ ਨੇ ਗਇਓ ਯਾਦ ਤੇ ਭੂਲ। ਜੇ ਸਤਿਗੁਰੂ ਜੀ ਕਹਿ ਰਹੇ ਨੇ ਤੇ ਬਿਲਕੁਲ ਸਹੀ ਕਹਿ ਰਹੇ ਨੇ ਵੀ ਭੁੱਲ ਗਏ ਸੀ ਯਾਦ ਚੋਂ, ਚੇਤੇ ਨਹੀਂ ਰਿਹਾ ਤੁਹਾਨੂੰ ਸੱਦਣਾ, ਤੁਹਾਨੂੰ ਬੁਲਾਉਣਾ। ਤੋ ਇਹਦਾ ਮਤਲਬ ਤੁਹਾਨੂੰ ਇਸ ਗੱਲ ਦਾ ਰੰਜ ਨਹੀਂ ਕਰਨਾ ਚਾਹੀਦਾ। ਹਾਂ ਜਾਣ ਬੁੱਝ ਕੇ ਨਾ ਬੁਲਾਉਂਦੇ ਫਿਰ ਗੱਲ ਵੱਖਰੀ ਸੀ। ਤੇ ਹੁਣ ਤੁਸੀਂ ਆਪਣੇ ਮਨ ਦਾ ਗੁੱਸਾ ਛੱਡੋ ਤੇ ਸਤਿਗੁਰੂ ਜੀ ਕੋਲ ਚੱਲੋ। ਕੇਸ਼ੋਦਾਸ ਨੇ ਫਿਰ ਉੱਥੋਂ ਉਹ ਇਹ ਵੀ ਭਾਈ ਆਨੰਦ ਚੰਦ ਜੀ ਕਹਿੰਦੇ ਉਹਦਾ ਪਰਮੇਸ਼ਵਰ ਨੇ, ਅਕਾਲ ਪੁਰਖ ਦਾ ਆਪ ਸਵਰੂਪ ਨੇ, ਉਹਨਾਂ ਨਾਲ ਕਾਹਦਾ ਰੋਸ ਰੱਖਣਾ ਹੋਇਆ। ਤੋ ਸੁਣ ਕੇ ਕੇਸ਼ੋਦਾਸ ਕਹਿੰਦਾ ਵੀ ਗੁਰੂ ਸਾਹਿਬ ਤਾਂ ਕਹਿੰਦੇ ਸਾਨੂੰ ਪਰਮੇਸ਼ਰ ਆਖਣਾ ਨਹੀਂ, ਤੁਸੀਂ ਉਹਨਾਂ ਨੂੰ ਪਰਮੇਸ਼ਰ ਕਹਿੰਦੇ ਹੋ, ਉਹ ਤਾਂ ਕਹਿੰਦੇ ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਭਾਈ ਆਨੰਦ ਚੰਦ ਜੀ ਉਹਦਾ ਜਵਾਬ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਦਸਮੇਸ਼ ਪਿਤਾ ਸਰਬੰਸ ਦਾਨੀ ਗੁਰੂ ਕਲਗੀਧਰ ਜੀ ਦਾ ਪਾਵਨ ਇਤਿਹਾਸ
ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ